हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਨਾਲ ਰਿਲੇਟਡ ਕੁਝ MCQ ਨੇ ਉਹ ਡਿਸਕਸ ਕਰਾਂਗੇ। ਇਹਨਾਂ ਦੀ ਐਕਸਪਲੇਨੇਸ਼ਨ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਉਮੀਦ ਹੈ ਕਿ ਤੁਹਾਨੂੰ ਇਹ ਕਲਾਸ ਹੈ ਜਿਹੜੀ ਵਧੀਆ ਕੁਝ ਇਜ਼ਾਫਾ ਕਰੇਗੀ ਤੁਹਾਡੀ ਨੌਲੇਜ ਦੇ ਵਿੱਚ। ਤਾਂ ਇਸੇ ਉਮੀਦ ਦੇ ਨਾਲ ਸਟਾਰਟ ਕਰਦੇ ਹਾਂ ਜੀ। ਫਸਟ ਕੁਐਸਚਨ, ਅੰਦਰੂਨੀ ਯੋਗਤਾ ਯਾਨੀ ਕਿ ਇਨੇਟ ਐਬਿਲਿਟੀ ਦਾ ਸੰਕਲਪ ਕਿਸ ਨੇ ਦਿੱਤਾ? ਚੋਮਸਕੀ, ਪਿਆਜੇ, ਵਾਈਗੋਸਟਕੀ ਜਾਂ ਫਿਰ ਟੋਲਮੈਨ ਨੇ। ਤਾਂ ਇਹਨਾਂ ਦੇ ਵਿੱਚੋਂ ਜੋ ਰਾਈਟ ਆਨਸਰ ਹੋਏਗਾ ਉਹ ਅਸੀਂ ਨੇ ਸਿਲੈਕਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਨਾਲ ਮੈਂ ਤੁਹਾਨੂੰ ਇੱਕ ਟਾਸਕ ਦਿੰਦਾ ਕਿ ਜਿਹੜੇ ਵੀ ਪ੍ਰਸ਼ਨ ਨਾਲ ਤੁਹਾਨੂੰ ਆਨਸਰ ਆਉਂਦਾ ਹੋਏਗਾ ਪਲੀਜ਼ ਕਮੈਂਟ ਬਾਕਸ ਦੇ ਵਿੱਚ ਨਾਲ ਦੀ ਨਾਲ ਲਿਖੀ ਚੱਲਿਓ, ਜਿਵੇਂ ਫਸਟ ਦਾ A ਇਸ ਤਰ੍ਹਾਂ ਇੱਦਾਂ, ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਨਾਲ ਦੀ ਨਾਲ ਲਿਖੀ ਚੱਲਿਓ। ਤਾਂ ਇੱਥੇ ਗੱਲ ਕੀਤੀ ਗਈ ਹੈ ਜੀ ਇਨੇਟ ਐਬਿਲਿਟੀ ਯਾਨੀ ਕਿ ਅੰਦਰੂਨੀ ਯੋਗਤਾ ਦੀ। ਤਾਂ ਇਹ ਸੰਕਲਪ ਹੈ ਜਿਹੜਾ ਉਹ ਨੋਮ ਚੋਮਸਕੀ ਨੇ ਦਿੱਤਾ ਹੈ। ਉਹ ਭਾਸ਼ਾ ਦੇ ਬਾਰੇ ਇਹ ਸੰਕਲਪ ਦਿੰਦਾ ਹੈ। ਉਹ ਕੀ ਆਖਦਾ ਹੈ ਕਿ ਜਿਹੜੀ ਭਾਸ਼ਾ ਹੈ, ਠੀਕ ਹੈ, ਉਸ ਦੇ ਬਾਰੇ ਉਹ ਆਖਦਾ ਵੀ ਇਹ ਇੱਕ ਅੰਦਰੂਨੀ ਸ਼ਮਤਾ ਹੈ, ਯਾਨੀ ਕਿ ਇਨੇਟ ਐਬਿਲਿਟੀ ਦੀ ਗੱਲ ਕਰਦਾ ਹੈ, ਅੰਦਰੂਨੀ ਯੋਗਤਾ ਦੀ ਗੱਲ ਕਰਦਾ ਹੈ। ਮਤਲਬ ਕਿ ਬੱਚਾ ਜਿਹੜਾ ਜਮਾਂਦਰੂ ਕੁਝ ਇਸ ਤਰ੍ਹਾਂ ਦੀਆਂ ਯੋਗਤਾਵਾਂ ਲੈ ਕੇ ਪੈਦਾ ਹੁੰਦਾ ਹੈ ਕਿ ਉਹ ਭਾਸ਼ਾ ਨੂੰ ਗ੍ਰਹਿਣ ਕਰ ਸਕੇ, ਠੀਕ ਹੈ ਜੀ। ਇਸ ਤੋਂ ਬਿਨਾਂ ਨੋਮ ਚੋਮਸਕੀ ਦਾ ਜਿਹੜਾ ਨਾਮ ਹੈ ਉਹ ਇਸ ਲਈ ਵੀ ਇੰਪੋਰਟੈਂਟ ਬਣ ਜਾਂਦਾ ਹੈ। ਇਹ LAD ਦੀ ਗੱਲ ਕਰਦਾ ਹੈ, ਠੀਕ ਹੈ, ਯਾਨੀ ਕਿ ਲੈਂਗੁਏਜ ਐਕੁਜੀਸ਼ਨ ਡਿਵਾਈਸ ਦੀ ਗੱਲ ਕਰਦਾ ਹੈ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਭਾਸ਼ਾ ਗ੍ਰਹਿਣ ਉਪਕਰਨ ਦੀ ਗੱਲ ਕਰਦਾ ਹੈ। ਤਾਂ ਇਸ ਕਰਕੇ ਇਸ ਦਾ ਨਾਮ ਹੈ ਜਿਹੜਾ ਇਹ ਇੰਪੋਰਟੈਂਟ ਬਣ ਜਾਂਦਾ ਹੈ। ਤਾਂ ਨੈਕਸਟ ਪ੍ਰਸ਼ਨ ਡਿਸਕਸ ਕਰਦੇ ਹਾਂ ਜੀ। ਪ੍ਰਸ਼ਨ ਨੰਬਰ 2, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰੇਗਾ? ਵਿਰਸਾ, ਪ੍ਰਾਪਤੀ, ਸੱਭਿਆਚਾਰ ਜਾਂ ਫਿਰ ਵਾਧਾ? ਤਾਂ ਦੇਖੋ ਜੀ, ਅਸੀਂ ਆਪਸ਼ਨਾਂ ਨੂੰ ਰਿਮੂਵ ਕਰਨ ਵਾਲੇ ਮੈਥਡ ਨਾਲ ਕਰਦੇ ਹਾਂ। ਇਸ ਨੂੰ ਵਿਰਸਾ ਤਾਂ ਪ੍ਰਭਾਵਿਤ ਕਰਦਾ, ਇਹ ਆਪਸ਼ਨ ਤਾਂ ਨਹੀਂ ਆਨਸਰ ਆ ਸਕਦਾ ਕਿਉਂਕਿ ਇਹਨਾਂ ਨੇ ਕਿਹਾ ਨਹੀਂ, ਠੀਕ ਹੈ ਜੀ। ਇਸ ਤੋਂ ਬਿਨਾਂ ਪ੍ਰਾਪਤੀ, ਇਹਦੇ ਬਾਰੇ ਆਪਾਂ ਸੋਚਾਂਗੇ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਸੱਭਿਆਚਾਰ, ਤਾਂ ਸੱਭਿਆਚਾਰ ਪ੍ਰਭਾਵਿਤ ਨਹੀਂ ਕਰੇਗਾ, ਇਹ ਤਾਂ ਹੋ ਨਹੀਂ ਸਕਦਾ। ਅਤੇ ਇਸ ਤੋਂ ਬਿਨਾਂ ਵਾਧਾ ਪ੍ਰਭਾਵਿਤ ਨਹੀਂ ਕਰੇਗਾ, ਇਹ ਵੀ ਨਹੀਂ ਹੋ ਸਕਦਾ। ਤਾਂ ਆਪਾਂ ਨੂੰ ਆਨਸਰ ਜਿਹੜਾ ਉਹ B ਦੇ ਨਾਲ ਜਾਣਾ ਪਵੇਗਾ। ਜਿਹੜੀ ਪ੍ਰਾਪਤੀ ਹੈ ਉਹ ਕੋਈ ਖਾਸ ਮਾਇਨਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਪ੍ਰਭਾਵਿਤ ਨਹੀਂ ਕਰਦੀ। ਤਾਂ ਆਪਸ਼ਨ B ਦੇ ਨਾਲ ਹੀ ਜਾਣਾ ਬੈਸਟ ਰਹੇਗਾ। ਇਹ ਇੱਕ ਬੈਸਟ ਆਪਸ਼ਨ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 3, ਇੱਕ ਬਾਲ ਕੇਂਦਰਿਤ ਕਲਾਸਰੂਮ ਹੁੰਦਾ ਹੈ ਜਿਸ ਵਿੱਚ ਬਾਲ ਕੇਂਦਰਿਤ ਯਾਨੀ ਕਿ ਚਾਈਲਡ ਸੈਂਟਰਡ ਕਲਾਸਰੂਮ ਦੀ ਗੱਲ ਕਰ ਰਹੇ ਨੇ ਇਹ, ਵੀ ਉਸ ਦੇ ਵਿੱਚ ਇਹਨਾਂ 'ਚੋਂ ਕਿਹੜੀ ਗੱਲ ਹੈ ਜਿਹੜੀ ਉਹ ਸਹੀ ਢੁਕਦੀ ਹੈ ਚਾਈਲਡ ਸੈਂਟਰਡ ਕਲਾਸਰੂਮ ਦੇ ਉੱਤੇ? ਤਾਂ ਦੇਖੋ ਜੀ, ਇਸ ਦੇ ਵਿੱਚੋਂ ਪਹਿਲੀ ਆਪਸ਼ਨ ਦਿੱਤੀ ਗਈ ਹੈ ਕਿ ਅਧਿਆਪਕ ਬੱਚਿਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਦੇ ਆਧਾਰ 'ਤੇ ਵੱਖ ਕਰਦਾ ਹੈ। ਤਾਂ ਯੋਗਤਾਵਾਂ ਦੇ ਆਧਾਰ 'ਤੇ ਅਲੱਗ ਕਰਤਾ ਵੀ ਇਹਦੀ ਯੋਗਤਾ ਘੱਟ ਹੈ ਉਸ ਨੂੰ ਅਲੱਗ ਬਿਠਾਇਆ, ਤਾਂ ਇਹਦੀ ਵੱਧ ਹੈ। ਨਹੀਂ, ਇਹ ਇੱਕ ਨੈਗੇਟਿਵ ਪੁਆਇੰਟ ਚੱਲ ਜਾਂਦਾ ਹੈ। ਵੱਖ ਤਾਂ ਕਰਨਾ ਹੀ ਨਹੀਂ ਅਧਿਆਪਕ ਨੇ। ਜਦੋਂ ਚਾਈਲਡ ਸੈਂਟਰਡ ਐਜੂਕੇਸ਼ਨ ਦੀ ਗੱਲ ਆਉਂਦੀ ਹੈ, ਬਾਲ ਕੇਂਦਰਿਤ ਸਿੱਖਿਆ ਦੀ ਗੱਲ ਆਉਂਦੀ ਹੈ, ਇਸ ਤੋਂ ਬਿਨਾਂ NCF ਵਗੈਰਾ ਹੋਏ, ਇਸ ਤੋਂ ਬਿਨਾਂ ਹੋਰ ਜਿਹੜੀਆਂ ਨਵੀਆਂ ਯੋਜਨਾਵਾਂ ਨੇ ਉਹ ਗੱਲ ਕਰਦੀਆਂ ਨੇ, ਤਾਂ ਉਹ ਵੱਖ ਕਰਨ ਦੀ ਗੱਲ ਤਾਂ ਕਰਦੀ ਨਹੀਂ। ਇਨਕਲੂਸਿਵ ਐਜੂਕੇਸ਼ਨ ਜਿਹੜੀ ਉਹ ਇਸ ਚੀਜ਼ ਦੀ ਗੱਲ ਤਾਂ ਕਰਦੀ ਹੀ ਨਹੀਂ। ਉਹ ਗੱਲ ਕਰਦੇ ਨੇ ਕਿ ਉਹਨਾਂ ਨੂੰ ਸਾਰਿਆਂ ਨੂੰ ਸਮਾਵੇਸ਼ ਕਰਨਾ, ਉਹਨਾਂ ਦਾ ਸਾਰਿਆਂ ਨੂੰ ਸ਼ਾਮਲ ਕਰਨਾ ਇਕੱਠੇ। ਤਾਂ ਪਹਿਲਾ ਪੁਆਇੰਟ ਤਾਂ ਹੋ ਗਿਆ ਆਪਣਾ ਰਿਮੂਵ। ਨੈਕਸਟ ਡਿਸਕਸ ਕਰਦੇ ਹਾਂ, ਅਧਿਆਪਕ ਬੱਚਿਆਂ ਦੇ ਵਿਵਹਾਰ ਨੂੰ ਨਿਰਦੇਸ਼ਿਤ ਕਰਨ ਲਈ ਇਨਾਮ ਅਤੇ ਸਜ਼ਾ ਦੀ ਵਰਤੋਂ ਕਰਦਾ ਹੈ। ਦੇਖੋ, ਇਨਾਮ ਤਾਂ ਸਹੀ ਸੀ, ਚਲੋ ਵੀ ਇਨਾਮ ਦੀ ਵਰਤੋਂ ਕਰ ਸਕਦਾ ਉਹ, ਪਰ ਸਜ਼ਾ ਵਾਲਾ ਪੁਆਇੰਟ ਜਚਿਆ ਨਹੀਂ, ਤਾਂ ਆਪਸ਼ਨ B ਵੀ ਰਿਮੂਵ ਹੋ ਗਈ। ਅਧਿਆਪਕ ਲਚਕਦਾਰ ਹੁੰਦਾ ਹੈ ਅਤੇ ਵਿਅਕਤੀਗਤ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਲਚਕਦਾਰ ਅਧਿਆਪਕ ਹੋ ਸਕਦਾ ਹੈ, ਜਿਹੜਾ ਟੀਚਰ ਹੈ ਉਹ ਫਲੈਕਸੀਬਲ ਹੋਣਾ ਚਾਹੀਦਾ ਹੈ, ਵਿਅਕਤੀਗਤ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਇਹ ਕੁਝ ਹੱਦ ਤੱਕ ਸਹੀ ਹੈ। ਅਤੇ ਨੈਕਸਟ ਪੜ੍ਹਦੇ ਆਪਾਂ, ਅਧਿਆਪਕ ਪਾਠ ਪੁਸਤਕ ਨੂੰ ਗਿਆਨ ਦੇ ਇੱਕੋ ਇੱਕ ਸਰੋਤ ਵਜੋਂ ਵਰਤਦਾ ਹੈ। ਦੇਖੋ, ਗਿਆਨ ਦਾ ਸਰੋਤ ਪੁਸਤਕ ਹੈਗੀ ਹੈ, ਇਹ 'ਚ ਕੋਈ ਡਾਊਟ ਨਹੀਂ, ਪਰ ਇਹਨਾਂ ਨੇ ਸ਼ਬਦ ਇੱਕੋ ਇੱਕ ਕਿਹਾ ਹੈ। ਇੱਕੋ ਇੱਕ ਦਾ ਮਤਲਬ ਇਹ ਹੋ ਗਿਆ ਵੀ ਉਹ ਇਹ ਸਮਝਦੇ ਵੀ ਕਿਤਾਬ ਹੀ ਸਾਰਾ ਕੁਛ ਹੈ, ਕਿਤਾਬ ਤੋਂ ਬਿਨਾਂ ਮੈਂ ਕੁਛ ਵੀ ਨਹੀਂ ਇਹਨਾਂ ਨੂੰ ਕਰਾਉਣਾ, ਉਹ ਇਹ ਸਮਝਦੇ। ਤਾਂ ਇਹ ਇੱਕ ਨੈਗੇਟਿਵ ਪੁਆਇੰਟ ਹੋ ਜਾਏਗਾ। ਆਪਸ਼ਨ D ਵੀ ਆਪਣਾ ਰਾਈਟ ਆਨਸਰ ਨਹੀਂ ਹੋਏਗਾ। ਤਾਂ ਆਪਸ਼ਨਸ ਸਾਰੀਆਂ ਰਿਮੂਵ ਹੋ ਗਈਆਂ। ਇਸ ਤੋਂ ਬਿਨਾਂ ਆਪਣੇ ਕੋਲ ਇੱਕੋ ਆਪਸ਼ਨ ਬਚਦੀ ਹੈ, ਉਹ ਹੈ ਜੀ C। ਅਧਿਆਪਕ ਲਚਕਦਾਰ ਹੁੰਦਾ ਹੈ ਅਤੇ ਵਿਅਕਤੀਗਤ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਇਹ ਇੱਕ ਵਧੀਆ ਰਾਈਟ ਆਨਸਰ ਹੋ ਸਕਦਾ ਹੈ, ਠੀਕ ਹੈ, ਹੋ ਸਕਦਾ ਕਿ ਹੋਵੇਗਾ, ਠੀਕ ਹੈ ਜੀ। ਆਪਸ਼ਨ C ਹੀ ਸਾਡਾ ਰਾਈਟ ਆਨਸਰ ਹੋਏਗਾ, ਕਿਉਂਕਿ ਇਸ ਦੇ ਵਿੱਚ ਕੀ ਗੱਲ ਕਰਦਾ, ਕਹਿੰਦਾ ਵੀ ਅਧਿਆਪਕ ਲਚਕਦਾਰ ਹੋਏਗਾ। ਅਧਿਆਪਕ ਬੱਚੇ ਦੇ ਅਕੋਰਡਿੰਗ ਮੋਡੀਫਾਈ ਹੋ ਸਕੇਗਾ। ਬੱਚੇ ਨੂੰ ਜਿਸ ਚੀਜ਼ ਦੀ ਲੋੜ ਹੈ, ਜਿੰਨਾ ਕੁ ਉਹ ਸਿੱਖਣਾ ਚਾਹੁੰਦਾ ਹੈ, ਜਿਸ ਤਰ੍ਹਾਂ ਦੀ ਉਸ ਨੂੰ ਪ੍ਰੇਰਨਾ ਦੀ ਲੋੜ ਹੈ, ਉਹ ਸਭ ਚੀਜ਼ਾਂ ਪ੍ਰੋਵਾਈਡ ਟੀਚਰ ਕਰਵਾਏਗਾ। ਟੀਚਰ ਲਚਕਦਾਰ ਹੋਵੇਗਾ। ਇਹੀ ਚੀਜ਼ ਤਾਂ ਮੇਨ ਹੈ ਬਾਲ ਕੇਂਦਰਿਤ ਸਿੱਖਿਆ ਦੇ ਵਿੱਚ, ਵੀ ਬੱਚੇ ਨੂੰ ਸ਼ਾਮਲ ਕਰਨਾ, ਉਸ ਦੀਆਂ ਲੋੜਾਂ ਨੂੰ ਪੂਰਾ ਕਰਨਾ, ਜੋ ਬੱਚਾ ਚਾਹੁੰਦਾ ਉਸ ਦੇ ਅਕੋਰਡਿੰਗ ਹੋਵੇ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਆਪਾਂ ਬਾਲ ਕੇਂਦਰਿਤ ਸਿੱਖਿਆ ਦੇ ਵਿੱਚ ਕਵਰ ਕਰਨੀਆਂ ਹੁੰਦੀਆਂ ਨੇ। ਨੈਕਸਟ ਹੈ ਜੀ ਪ੍ਰਸ਼ਨ ਨੰਬਰ 4,
ਕਿਹੜੇ ਸਿਧਾਂਤਕਾਰ ਦੇ ਅਨੁਸਾਰ ਸੱਭਿਆਚਾਰਕ ਸਾਧਨ ਬੱਚਿਆਂ ਦੇ ਬੌਧਾਤਮਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਤਾਂ ਇੱਥੇ ਗੱਲ ਕੀਤੀ ਗਈ ਹੈ ਸੱਭਿਆਚਾਰਕ ਸਾਧਨ ਦੀ। ਠੀਕ ਹੈ ਜੀ, ਮਤਲਬ ਕਿ ਸੱਭਿਆਚਾਰ ਨਾਲ ਸੰਬੰਧ ਕੌਣ ਜੋੜਦਾ ਹੈ? ਬੌਧਾਤਮਕ ਵਿਕਾਸ। ਤਾਂ ਇਸ ਦੇ ਵਿੱਚੋਂ ਅਸੀਂ ਨੇ ਜਿਹੜਾ ਰਾਈਟ ਆਨਸਰ ਹੈ ਉਹ ਸਿਲੈਕਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੱਭਿਆਚਾਰ ਦੀ ਗੱਲ ਜੇਕਰ ਆਪਾਂ ਸਭ ਤੋਂ ਬੈਸਟ ਮੰਨੀਏ ਤਾਂ ਲੇਵ ਵਾਈਗੋਟਸਕੀ ਇਸ ਦਾ ਰਾਈਟ ਆਨਸਰ ਹੋਏਗਾ। ਤਾਂ ਇਹ ਇਸ ਚੀਜ਼ ਦੀ ਗੱਲ ਕਰਦਾ ਜੀ, ਤਾਂ ਆਪਸ਼ਨ ਡੀ ਨਾਲ ਜਾਣਾ ਸਭ ਤੋਂ ਬੈਸਟ ਰਹੇਗਾ। ਇਸ ਤੋਂ ਬਿਨਾਂ ਜੇਕਰ ਅਸੀਂ ਗੱਲ ਕਰੀਏ ਪਿਆਜੇ ਦੀ, ਠੀਕ ਹੈ, ਤਾਂ ਪਿਆਜੇ ਨੇ ਇਸ ਚੀਜ਼ 'ਤੇ ਜ਼ੋਰ ਦਿੱਤਾ ਹੈ ਬੱਚੇ ਦੀ ਮਤਲਬ ਉਹ ਗਿਆਨ ਦੀ ਗੱਲ ਕਰਦਾ ਹੈ, ਕੋਗਨੀਟਿਵ ਡਿਵੈਲਪਮੈਂਟ ਦੀ ਗੱਲ ਕਰਦਾ ਹੈ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਅਸੀਂ ਨੇ ਇਹ ਪ੍ਰਸ਼ਨ ਜਿਹੜਾ ਕਰ ਲਿਆ। ਡੀ ਆਪਸ਼ਨ ਇਸ ਦਾ ਰਾਈਟ ਆਨਸਰ ਹੋ ਗਿਆ ਜੀ। ਨੈਕਸਟ ਹੈ ਜੀ ਪ੍ਰਸ਼ਨ ਨੰਬਰ 5, ਬੱਚਿਆਂ ਦੀ ਸਰੀਰਕ ਅਤੇ ਭਾਵਨਾਤਮਕ ਸਿਹਤ ਉਹਨਾਂ ਦੀ ਸਿੱਖਿਆ ਵਿੱਚ ਅਸੀਂ ਦੱਸਣੇ ਵੀ ਇਹਨਾਂ 'ਚੋਂ ਕਿਹੜਾ ਪੁਆਇੰਟ ਜਿਹੜਾ ਉਹ ਬੈਸਟ ਬੈਠਦਾ ਹੈ। ਇਹਨਾਂ ਨੇ ਗੱਲ ਕੀਤੀ ਹੈ ਸਰੀਰਕ ਅਤੇ ਸੱਭਿਆਚਾਰਕ ਸਿਹਤ ਦੀ, ਮਤਲਬ ਕਿ ਫਿਜ਼ੀਕਲੀ ਐਂਡ ਕਹਿ ਸਕਦੇ ਇਮੋਸ਼ਨਲੀ ਹੈਲਥ ਹੈ ਜਿਹੜੀ ਉਸਦੀ ਉਹ ਸਿੱਖਿਆ ਦੇ ਵਿੱਚ ਕੀ ਹੈ ਇੱਕ ਮਹੱਤਵਪੂਰਨ ਯੋਗਦਾਨ ਦਿੰਦੀ ਹੈ, ਜਾਂ ਕਹਿ ਲਓ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਆਪਸ਼ਨ 1 ਇਹ ਕਹਿ ਰਹੀ ਹੈ, ਜਾਂ ਫਿਰ ਸਿੱਖਿਆ ਵਿੱਚ ਸੰਬੰਧਿਤ ਹੀ ਨਹੀਂ ਹੈਗੀ ਇਹ ਚੀਜ਼, ਠੀਕ ਹੈ, ਜਾਂ ਫਿਰ ਇੱਕ ਮਾਮੂਲੀ ਭੂਮਿਕਾ ਨਿਭਾਉਂਦੀ ਹੈ, ਜਾਂ ਫਿਰ ਇਸ ਦਾ ਕੋਈ ਪ੍ਰਭਾਵ ਨਹੀਂ ਹੈ। ਤਾਂ ਇਸ ਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਜਿਹੜਾ ਇਹ ਆਪਣਾ ਆਪਸ਼ਨ ਏ ਹੈ ਜੀ, ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਠੀਕ ਹੈ ਜੀ, ਬੱਚੇ ਦੀ ਸਿਹਤ ਹੋਈ, ਭਾਵਨਾਤਮਕ ਤੌਰ 'ਤੇ ਹੋ ਸਕਦਾ ਹੈ, ਫਿਜ਼ੀਕਲੀ, ਠੀਕ ਹੈ, ਇਹ ਸਭ ਚੀਜ਼ਾਂ ਨੇ ਜਿਹੜੀਆਂ ਸਿੱਖਿਆ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6, ਬੱਚੇ ਦੀ ਪੜ੍ਹਨ ਨਾਲ ਸੰਬੰਧਿਤ ਸਮੱਸਿਆ ਹੈ। ਇਹਨੂੰ ਅਸੀਂ ਡਿਸਗ੍ਰਾਫੀਆ ਕਹਾਂਗੇ, ਡਿਸਲੈਕਸੀਆ ਕਹਾਂਗੇ, ਡਿਸਕੈਲਕੂਲੀਆ ਕਹਾਂਗੇ, ADHD ਕਹਾਂਗੇ। ਤਾਂ ਇਸ ਦੇ ਵਿੱਚੋਂ ਜੋ ਰਾਈਟ ਆਨਸਰ ਹੈ ਇਹ ਅਸੀਂ ਸਿਲੈਕਟ ਕਰਨਾ ਹੈ ਜੀ ਪੜ੍ਹਨ ਨਾਲ ਸੰਬੰਧਿਤ ਸਮੱਸਿਆ, ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਰੀਡਿੰਗ ਡਿਸਆਰਡਰ ਕਹਿ ਰਹੇ ਨੇ ਇਹ ਵੀ ਕਿਹੜਾ ਹੋਏਗਾ। ਤਾਂ ਇਹ ਚੀਜ਼ ਆਪਾਂ ਡਿਸਕਸ ਕਰਨੀ ਹੈ। ਤਾਂ ਰੀਡਿੰਗ ਡਿਸਆਰਡਰ ਹੈ ਜਿਹੜਾ ਉਹ ਹੈ ਜੀ ਡਿਸਲੈਕਸੀਆ। ਤਾਂ ਲੈਕਸ ਪੜ੍ਹਦਾ ਰੁਕ ਗਿਆ, ਆਪਾਂ ਨੇ ਇੱਕ ਟ੍ਰਿਕ ਕਰਾਈ ਸੀ ਵੀਡੀਓ ਦੇ ਵਿੱਚ, ਲੈਕਸ ਪੜ੍ਹਦਾ ਰੁਕ ਗਿਆ। ਤਾਂ ਪੜ੍ਹਨ ਦੇ ਵਿੱਚ ਜੇਕਰ ਸਮੱਸਿਆ ਹੈ ਇਹਨੂੰ ਅਸੀਂ ਰੀਡਿੰਗ ਡਿਸਆਰਡਰ ਆਖਾਂਗੇ, ਤਾਂ ਇਸ ਨੂੰ ਅਸੀਂ ਡਿਸਲੈਕਸੀਆ ਆਖਦੇ ਹਾਂ। ਠੀਕ ਹੈ ਜੀ, ਤਾਂ ਡਿਸਲੈਕਸੀਆ ਜਦ ਹੋ ਜਾਂਦਾ ਕਿਸੇ ਬੱਚੇ ਨੂੰ ਤਾਂ ਉਸ ਨੂੰ ਪੜ੍ਹਨ ਦੇ ਵਿੱਚ ਸਮੱਸਿਆ ਹੁੰਦੀ ਹੈ। ਨੈਕਸਟ ਹੈ ਜੀ, ਇਸ ਤੋਂ ਬਿਨਾਂ ਬਾਕੀ ਆਪਸ਼ਨਸ ਦੇਣੀ ਆ ਉਹ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਜਿਵੇਂ ਕਿ ਇੱਥੇ ਗੱਲ ਕੀਤੀ ਗਈ ਹੈ ਜੀ ਡਿਸਗ੍ਰਾਫੀਆ ਦੀ, ਗ੍ਰਾਫ 'ਤੇ ਲਿਖ, ਮੈਂ ਇੱਦਾਂ ਟ੍ਰਿਕ ਕਰਾਈ ਸੀ ਵੀਡੀਓ ਦੇ ਵਿੱਚ, ਗ੍ਰਾਫ 'ਤੇ ਲਿਖ। ਤਾਂ ਜਦੋਂ ਇੱਦਾਂ ਤੁਹਾਨੂੰ ਉੱਥੇ ਜਦੋਂ ਤੁਹਾਨੂੰ ਗ੍ਰਾਫ ਸ਼ਬਦ ਮਿਲ ਗਿਆ ਨਾ ਉੱਥੇ ਤੁਸੀਂ ਆਪੇ ਸਮਝ ਜਾਓਗੇ ਵੀ ਇਹ ਤਾਂ ਉਹੀ ਗੱਲ ਹੈ ਜੋ ਸਟੱਡੀ ਫਾਈਟਰ ਵਾਲੇ ਸਰ ਕਹਿ ਰਹੇ ਸੀ। ਠੀਕ ਹੈ, ਤਾਂ ਡਿਸਗ੍ਰਾਫੀਆ ਦੇਖੋ ਇੱਥੇ ਇਹ ਗ੍ਰਾਫ ਸ਼ਬਦ ਨੂੰ ਇੱਦਾਂ ਹੀ ਚੱਕ ਲਓਗੇ ਤੁਸੀਂ, ਤਾਂ ਹੀ ਮੈਂ ਤੁਹਾਨੂੰ ਟ੍ਰਿਕ ਦੇ ਵਿੱਚ ਇੱਦਾਂ ਹੀ ਦੱਸਿਆ ਸੀ। ਦੇਖੋ ਮੈਂ ਤੁਹਾਨੂੰ ਅਲੱਗ ਕਲਰ ਦੇ ਵਿੱਚ ਲਿਖ ਕੇ ਦਿਖਾ ਰਿਹਾ। ਜਦੋਂ ਇਹ ਪੂਰਾ ਨਾਮ ਲਿਖਿਆ ਜਿਵੇਂ ਡਿਸਗ੍ਰਾਫੀਆ ਦਾ, ਇਹਦੇ ਵਿੱਚ ਜਿਹੜਾ ਇਹ ਰੈੱਡ ਕਲਰ ਦੇ ਵਿੱਚ ਲਿਖਿਆ ਨਾ ਇਹ ਗ੍ਰਾਫ 'ਤੇ ਲਿਖ, ਮੈਂ ਟ੍ਰਿਕ ਕਰਾਈ ਸੀ ਇੱਕ ਗ੍ਰਾਫ 'ਤੇ ਲਿਖ। ਤਾਂ ਗ੍ਰਾਫ ਦਾ ਸੰਬੰਧ ਲਿਖਣ ਨਾਲ ਹੈ ਤਾਂ ਡਿਸਗ੍ਰਾਫੀਆ ਜਿਹੜਾ ਉਹ ਹੋ ਜਾਏਗਾ ਜੀ ਲਿਖਣ ਨਾਲ ਸੰਬੰਧਿਤ ਡਿਸਆਰਡਰ ਕਹਿ ਸਕਦੇ ਹਾਂ ਆਪਾਂ। ਡਿਸਲੈਕਸੀਆ ਦੀ ਗੱਲ ਹੋ ਗਈ ਹੈ। ਡਿਸਕੈਲਕੂਲੀਆ ਜਿਹੜਾ ਆਪਾਂ ਨੇ ਇੱਦਾਂ ਗੱਲ ਕੀਤੀ ਸੀ ਵੀ ਕੈਲਕੂਲੇਟਰ 'ਤੇ ਗਣਨਾ ਕਰਕੇ ਲਿਖ, ਹੈ ਨਾ, ਵੀ ਕੈਲਕੂਲੇਟਰ 'ਤੇ ਗਣਨਾ। ਤਾਂ ਇਹਦੇ ਵਿੱਚ ਕੈਲਕੂਲੇਟਰ ਸ਼ਬਦ ਨੂੰ ਅਟੈਚ ਕੀਤਾ ਸੀ ਆਪਾਂ ਨੇ ਕੈਲਕੂਲੀਆ। ਠੀਕ ਹੈ ਜੀ, ਡਿਸਕੈਲਕੂਲੀਆ। ਤਾਂ ਇਹਦੇ ਵਿੱਚ ਜਿਹੜਾ CALCU ਤਾਂ ਇਹ ਕੈਲਕੂ ਨਾਲ ਆਪਾਂ ਨੇ ਕੈਲਕੂਲੇਟਰ ਨਾਲ ਅਟੈਚ ਕੀਤਾ ਸੀ। ਤਾਂ ਇਹ ਗਣਿਤ ਦੀਆਂ ਗਣਨਾਵਾਂ ਜਾਂ ਕਹਿ ਲਓ ਗਣਿਤ ਦੇ ਨਾਲ ਸੰਬੰਧਿਤ ਸਮੱਸਿਆ ਇੱਕ ਡਿਸਕੈਲਕੂਲੀਆ। ਇਸ ਤੋਂ ਬਿਨਾਂ ADHD, ਇਸ ਦਾ ਜਿਹੜਾ ਪੂਰਾ ਨੇਮ ਹੈ ਉਹ ਹੋਏਗਾ ਜੀ ਅਟੈਂਸ਼ਨ ਡੈਫੀਸ਼ਿਟ ਹਾਈਪਰ ਐਕਟੀਵਿਟੀ ਡਿਸਆਰਡਰ। ਤਾਂ ਇਸ ਦੇ ਵਿੱਚ ਕੀ ਹੁੰਦਾ, ਬੱਚੇ ਦਾ ਧਿਆਨ ਹੈ ਜਿਹੜਾ ਉਹ ਇੱਕ ਥਾਂ 'ਤੇ ਟਿਕ ਨਹੀਂ ਰਿਹਾ, ਉਹ ਹਾਈਪਰ ਹੋ ਰਿਹਾ ਹੈ, ਉਸ ਦੀ ਐਕਟੀਵਿਟੀਜ਼ ਨੇ ਜਿਹੜੀਆਂ ਉਹ ਹਾਈਪਰ ਐਕਟੀਵਿਟੀ ਕਰ ਰਿਹਾ, ਉਹ ਅਟੈਂਸ਼ਨ ਹੈ ਜਿਹੜੀ ਉਸਦੀ ਉਹ ਇੱਕ ਥਾਂ 'ਤੇ ਨਹੀਂ ਹੋ ਰਹੀ। ਤਾਂ ਉਸਦੀ ਜਿਹੜੀ ਅਟੈਂਸ਼ਨ ਨਾਲ ਰਿਲੇਟਡ ਹੈ ਇਹ ਧਿਆਨ ਉਸਦਾ ਭਟਕ ਰਿਹਾ ਹੈ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਜੀ ਪ੍ਰਸ਼ਨ ਨੰਬਰ 7 ਦੀ, ਸਿੱਖਣਾ ਡੈਸ਼ ਅਤੇ ਸਰਗਰਮ ਪ੍ਰਕਿਰਿਆ ਹੈ। ਮਤਲਬ ਕਿ ਸਰਗਰਮ ਤਾਂ ਹੈਗੀ ਹੀ ਹੈ, ਇਹਨਾਂ ਨੇ ਦੇਖੋ ਲਿਖਤਾ ਵੀ ਸਰਗਰਮ ਤਾਂ ਹੈਗੀ ਹੀ ਹੈ, ਪਰ ਇਸ ਤੋਂ ਬਿਨਾਂ ਹੋਰ ਕੀ ਹੈ, ਸਧਾਰਨ ਅਤੇ ਸਰਗਰਮ ਹੈ, ਜਾਂ ਫਿਰ ਸਮਰੇਖੀ ਅਤੇ ਸਰਗਰਮ ਹੈ, ਜਾਂ ਫਿਰ ਅਸੰਭਵ ਅਤੇ ਸਰਗਰਮ ਹੈ, ਜਾਂ ਫਿਰ ਜਟਿਲ ਅਤੇ ਸਰਗਰਮ ਹੈ। ਤਾਂ ਇਸ ਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਜਦੋਂ ਆਪਾਂ ਚੁਣਾਂਗੇ ਤਾਂ ਉਹ ਹੋਏਗਾ ਜੀ ਆਪਸ਼ਨ ਡੀ। ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਏਗਾ, ਕਿਉਂਕਿ ਸਿੱਖਣਾ ਕੋਈ ਸਧਾਰਨ ਕਿਰਿਆ ਵੀ ਨਹੀਂ ਆਪਾਂ ਕਹਿ ਸਕਦੇ, ਇੱਕ ਮਤਲਬ ਜਟਿਲਤਾ ਹੈਗੀ ਇਹਦੇ ਵਿੱਚ। ਇਸ ਦੇ ਲਈ ਕੁਝ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਇੱਕ ਸਟਰਕਚਰਲ ਅਪਰੋਚ ਜਿਹੜੀ ਉਹ ਅਪਣਾਉਣੀ ਪਵੇਗੀ। ਮਤਲਬ ਕਿ ਪੂਰਾ ਇੱਕ ਆਪਾਂ ਨੂੰ
ਕੌਨਸ਼ੀਅਸ ਹੋ ਕੇ ਇਸ ਨੂੰ ਸਿੱਖਣਾ ਪਵੇਗਾ, ਇੰਨਾ ਸਧਾਰਨ ਵੀ ਨਹੀਂ ਹੈਗਾ ਸਿੱਖਣਾ। ਠੀਕ ਹੈ, ਤਾਂ ਇਹ ਇੱਕ ਜਟਿਲ ਪ੍ਰਕਿਰਿਆ ਹੈ। ਸਰਗਰਮ ਦੀ ਇਹਨਾਂ ਨੇ ਗੱਲ ਕਰੀ ਦਿੱਤੀ, ਥੋੜ੍ਹਾ ਜਿਹਾ ਆਪਾਂ ਇਹਨੂੰ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰਗਰਮ ਦਾ ਮੀਨਿੰਗ ਹੈ ਜੀ ਕਿ ਇਹ ਕੀ ਇੱਕ ਐਕਟਿਵ ਪ੍ਰੋਸੈਸ ਹੈ। ਠੀਕ ਹੈ ਜੀ, ਤਾਂ ਐਕਟਿਵ ਪ੍ਰੋਸੈਸ ਹੈ, ਇਸ ਤਰ੍ਹਾਂ ਦਾ ਕੀਵਰਡ ਜਿਹੜਾ ਉਹ ਆ ਜਾਂਦਾ ਹੈ। ਇਸ ਤੋਂ ਬਿਨਾਂ ਇਹਨਾਂ ਨੇ ਗੱਲ ਕੀਤੀ ਹੈ ਜੀ ਇੱਥੇ ਜਟਿਲ, ਆਪਾਂ ਕੰਪਲੈਕਸ ਕਹਿ ਸਕਦੇ ਹਾਂ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਜਟਿਲ ਅਤੇ ਸਰਗਰਮ ਪ੍ਰਕਿਰਿਆ ਹੋ ਜਾਏਗੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 8, ਜੇਕਰ ਬੱਚਾ ਫੇਲ ਹੋ ਜਾਂਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਕਾਰਕ ਮਾਪੇ ਨੇ, ਅਧਿਆਪਕ ਹੈ, ਬੱਚਾ ਹੈ ਜਾਂ ਫਿਰ ਸਮੁੱਚਾ ਸਕੂਲੀ ਢਾਂਚਾ ਹੈ। ਦੇਖੋ ਜੀ, ਇਕੱਲੇ ਮਾਪਿਆਂ ਨੂੰ ਵੀ ਨਹੀਂ ਆਪਾਂ ਜ਼ਿੰਮੇਵਾਰ ਠਹਿਰਾ ਸਕਦੇ, ਇਕੱਲੇ ਅਧਿਆਪਕ ਨੂੰ ਵੀ ਨਹੀਂ ਠਹਿਰਾ ਸਕਦੇ, ਇਸ ਤੋਂ ਬਿਨਾਂ ਆਪਾਂ ਇਕੱਲੇ ਬੱਚੇ ਨੂੰ ਵੀ ਨਹੀਂ ਜ਼ਿੰਮੇਵਾਰ ਠਹਿਰਾ ਸਕਦੇ, ਬੱਚੇ ਨੂੰ ਤਾਂ ਠਹਿਰਾਣਾ ਹੀ ਨਹੀਂ ਜ਼ਿੰਮੇਵਾਰ। ਠੀਕ ਹੈ, ਅਤੇ ਇਸ ਤੋਂ ਬਿਨਾਂ ਆਪਾਂ ਸਭ ਤੋਂ ਬੈਸਟ ਆਪਸ਼ਨ ਜਿਹੜੀ ਉਹ ਡੀ ਸਿਲੈਕਟ ਕਰਾਂਗੇ, ਸਮੁੱਚਾ ਸਕੂਲੀ ਢਾਂਚਾ। ਠੀਕ ਹੈ ਜੀ, ਹੋ ਸਕਦਾ ਵੀ ਅਧਿਆਪਕ ਪੜ੍ਹਾਉਣਾ ਚਾਹ ਰਿਹਾ ਸੀ, ਉਸ ਨੂੰ ਉਸ ਤਰ੍ਹਾਂ ਦਾ ਸਟਰਕਚਰ ਹੀ ਨਾ ਮਿਲਿਆ ਹੋਵੇ ਸਕੂਲ ਦੇ ਵਿੱਚ, ਉਸ ਤਰ੍ਹਾਂ ਢਾਂਚਾ ਨਾ ਮਿਲਿਆ ਹੋਵੇ। ਠੀਕ ਹੈ, ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਉਹ ਸਕੂਲੀ ਢਾਂਚੇ ਦੇ ਵਿੱਚ ਕਵਰ ਹੋ ਜਾਣਗੀਆਂ। ਵਾਤਾਵਰਨ, ਉੱਥੇ ਦੀਆਂ ਜਿਹੜੀਆਂ ਟੀਚਿੰਗ ਏਡਸ ਨੇ, ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਕਵਰ ਹੋ ਜਾਣਗੀਆਂ ਸਮੁੱਚੇ ਸਕੂਲੀ ਢਾਂਚੇ ਦੇ ਵਿੱਚ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 9, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਵਿੱਚ ਗੱਲ ਕੀਤੀ ਗਈ ਹੈ। ਅਨੁਕਰਨ ਦੀ ਗੱਲ ਕੀਤੀ ਗਈ ਹੈ, ਜਾਂ ਫਿਰ ਨਿਗਰਾਨੀ ਅਤੇ ਸਹਾਇਤਾ ਦੇਣ ਦੀ ਗੱਲ ਕੀਤੀ ਗਈ ਹੈ, ਜਾਂ ਫਿਰ ਅੰਦਰੂਨੀ ਸਮਰੱਥਾ ਦੀ ਗੱਲ ਕੀਤੀ ਗਈ ਹੈ, ਜਾਂ ਫਿਰ ਬੌਧਿਕ ਸ਼ਕਤੀ ਦੀ ਘਾਟ ਦੀ ਗੱਲ ਕੀਤੀ ਗਈ ਹੈ। ਇਸ ਦੇ ਵਿੱਚੋਂ ਰਾਈਟ ਆਨਸਰ ਹੋ ਜਾਵੇਗਾ ਜੀ ਸਾਡਾ ਆਪਸ਼ਨ ਬੀ, ਨਿਗਰਾਨੀ ਦੀ ਗੱਲ ਕੀਤੀ ਗਈ ਹੈ, ਸਹਾਇਤਾ ਦੇ ਕੇ ਕੁਝ ਸਿਖਾਉਣ ਦੀ ਗੱਲ ਕੀਤੀ ਗਈ ਹੈ, ਸਕੈਫੋਲਡਿੰਗ ਦੀ ਗੱਲ ਕਰਦਾ ਹੈ। ਤਾਂ ਇਹ ਜਿਹੜਾ ਸਿਧਾਂਤ ਹੈ ਜੀ ਉਹ ਦਿੱਤਾ ਹੈਗਾ ਲੇਵ ਵਾਈਗੋਟਸਕੀ ਨੇ। ਠੀਕ ਹੈ ਜੀ, ਤਾਂ ਉਹ ਇਸ ਚੀਜ਼ ਦੀ ਗੱਲ ਕਰਦਾ ਹੈ ਵੀ ਬੱਚੇ ਨੂੰ ਮੰਨ ਕੇ ਚੱਲੋ ਉਹ ਕਿਤੇ ਮਤਲਬ ਕੁਛ ਬੋਲਦਾ, ਕੁਛ ਪੜ੍ਹਦਾ ਲਿਖਦਾ, ਮਤਲਬ ਥੋੜ੍ਹੀ ਜਿਹੀ ਉਹਨੂੰ ਸਹਾਇਤਾ ਦੇ ਦਿਓ, ਉਸ ਤੋਂ ਬਾਅਦ ਉਹ ਸਹਾਇਤਾ ਲੈ ਕੇ ਹੌਲੀ ਹੌਲੀ ਸਿੱਖ ਜੂਗਾ। ਹੌਲੀ ਹੌਲੀ ਸਿੱਖ ਗਿਆ ਤਾਂ ਉਸ ਤੋਂ ਬਾਅਦ ਚਾਹੇ ਸਹਾਇਤਾ ਨਾ ਦਿਓ, ਉਹ ਆਪਣੇ ਆਪ ਕਰਦਾ ਚਲਾ ਜਾਵੇਗਾ। ਜਿਵੇਂ ਬੱਚੇ ਨੂੰ ਮੰਨ ਕੇ ਚੱਲੋ ਭਾਈ, ਵੈਸੇ ਇੱਕ ਐਗਜ਼ਾਮਪਲ ਲੈਂਦੇ ਆਮ ਲਾਈਫ ਦੇ ਵਿੱਚੋਂ, ਬੱਚੇ ਨੂੰ ਸਾਈਕਲ ਚਲਾਉਣਾ ਸਿਖਾਉਣਾ ਹੈ। ਠੀਕ ਹੈ, ਤਾਂ ਪਹਿਲੀ ਵਾਰ ਉਸ ਦੇ ਮਾਪੇ ਹੈ ਨਾ, ਜਿਹੜੇ ਵੱਡੇ ਜਿਨ੍ਹਾਂ ਦੀ ਉਹ ਨਿਗਰਾਨੀ ਦੇ ਵਿੱਚ ਸਿੱਖ ਰਿਹਾ ਹੈ, ਤਾਂ ਹੋ ਸਕਦਾ ਵੀ ਉਸ ਦੇ ਨਾਲ ਪਹਿਲੀ ਵਾਰ ਉਸ ਨੂੰ ਪਿੱਛੇ ਤੋਂ ਸਾਈਕਲ ਫੜਨ, ਕਹਿਣ ਵੀ ਹਾਂ ਅੱਗੇ ਧਿਆਨ ਦੇ, ਉਹਨੂੰ ਕਹਿਣ ਵੀ ਹੈ ਤੂੰ ਹੈਂਡਲ ਫੜ, ਫਿਰ ਉਸ ਨੂੰ ਕਹਿਣ ਵੀ ਹਾਂ ਤੂੰ ਅੱਗੇ ਧਿਆਨ ਦੇ, ਫਿਰ ਉਹਨੂੰ ਕਹਿਣ ਵੀ ਤੂੰ ਸਿੱਧਾ ਕਰ ਹੈਂਡਲ, ਇਸ ਤਰ੍ਹਾਂ ਪੈਂਡਲ ਘੁਮਾ, ਉਸ ਤੋਂ ਬਿਨਾਂ ਉਹ ਪਿੱਛੇ ਫੜ ਕੇ ਰੱਖਣ। ਪਰ ਉਹ ਹੌਲੀ ਹੌਲੀ ਜਦੋਂ ਪੈਂਡਲ ਘੁਮਾਉਣਾ ਸਿੱਖ ਗਿਆ, ਉਹ ਪਿੱਛੇ ਤੋਂ ਸਾਈਕਲ ਛੱਡ ਦੇਣਗੇ। ਤਾਂ ਇਸ ਤਰੀਕੇ ਨਾਲ ਜਿਹੜਾ ਵਾਈਗੋਟਸਕੀ ਹੈ, ਇਹ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦੇ ਵਿੱਚ ਗੱਲ ਕਰਦਾ ਹੈ ਸਕੈਫੋਲਡਿੰਗ ਦੀ। ਠੀਕ ਹੈ ਜੀ, ਸਕੈਫੋਲਡਿੰਗ ਦੇ ਵਿੱਚ ਇਹੀ ਚੀਜ਼ ਆ ਗਈ ਵੀ ਨਿਗਰਾਨੀ ਦੇ ਹੇਠ ਉਸ ਨੂੰ ਸਹਾਇਤਾ ਦੇਣੀ। ਠੀਕ ਹੈ ਜੀ, ਜੀਨ ਪਿਆਜੇ ਅਨੁਸਾਰ ਪਰਿਕਲਪਨਾ ਕਿਸ ਪੜਾਅ ਵਿੱਚ ਉਭਰਦੀ ਹੈ, ਯਾਨੀ ਕਿ ਹਾਈਪੋਥੈਸਿਸ ਦੀ ਗੱਲ ਕੀਤੀ ਗਈ ਹੈ। ਤਾਂ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਡਾਇਰੈਕਟ ਆਪਾਂ ਸਿਲੈਕਟ ਕਰ ਲੈਂਦੇ ਹਾਂ। ਤਾਂ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਫਾਰਮਲ ਆਪਰੇਸ਼ਨਲ। ਤਾਂ ਫਾਰਮਲ ਆਪਰੇਸ਼ਨਲ ਪਿਆਜੇ ਨੇ ਆਪਣੀ ਥਿਊਰੀ ਦੇ ਅਕੋਰਡਿੰਗ 4 ਸਟੇਜਸ ਦੇ ਵਿੱਚ ਪੂਰੇ ਚਾਈਲਡਹੁੱਡ ਨੂੰ ਡਿਵਾਈਡ ਕੀਤਾ ਹੈ। ਠੀਕ ਹੈ ਜੀ, ਤਾਂ ਫਾਰਮਲ ਆਪਰੇਸ਼ਨਲ ਦੇ ਵਿੱਚ ਉਹ ਗੱਲ ਕਰਦਾ ਹੈ ਕਿ ਜਿਹੜਾ ਬੱਚਾ ਉਹ ਅਬਸਟਰੈਕਟ ਥਿੰਗਸ ਨੇ, ਜਿਹੜੀਆਂ ਮਤਲਬ ਕਿ ਅਮੂਰਤ ਚੀਜ਼ਾਂ ਨੇ, ਜਿਵੇਂ ਕਿ ਕੋਈ ਕਲਪਨਾ ਕਰਨੀ ਹੋਈ, ਇਮੈਜੀਨੇਸ਼ਨ, ਹਾਈਪੋਥੈਸਿਸ, ਪਰਿਕਲਪਨਾ ਕਹਿੰਦੇ ਹਾਂ ਜਿਹਨੂੰ ਆਪਾਂ, ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਉਹ 4th ਸਟੇਜ ਦੇ ਵਿੱਚ ਡਿਸਕਸ ਕਰਦਾ ਹੈ ਵੀ 4th ਸਟੇਜ ਦੇ ਵਿੱਚ ਇਹ ਬੱਚਾ ਜਿਹੜਾ ਇਹ ਚੀਜ਼ਾਂ ਨੂੰ ਸਿੱਖ ਜਾਂਦਾ ਹੈ। ਅਬਸਟਰੈਕਟ ਥਿੰਗਸ ਨੇ ਜਿਹੜੀਆਂ ਉਹਨਾਂ ਨੂੰ ਉਹ ਸਮਝਣਾ ਸਿੱਖ ਜਾਂਦਾ ਹੈ ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਜੀ ਨੈਕਸਟ ਪ੍ਰਸ਼ਨ ਨੰਬਰ 11 ਦੀ, ਭਾਰਤ ਦੀ ਕਿਹੜੀ ਸੰਸਥਾ ਬੱਚਿਆਂ ਦੀਆਂ ਪਾਠ ਪੁਸਤਕਾਂ ਨੂੰ ਸੰਗਠਿਤ ਕਰਦੀ ਹੈ। ਕਹਿਣ ਦਾ ਭਾਵ ਇੱਥੇ ਵੀ ਸੰਗਠਿਤ ਦਾ ਮਤਲਬ ਵੀ ਉਹਨਾਂ ਦਾ ਕਰਿਕੂਲਮ ਵਿੱਚ ਕੀ ਕੁਛ ਐਡ ਕਰਨਾ ਹੈ। ਇਸ ਤੋਂ ਬਿਨਾਂ ਸੰਗਠਿਤ ਦੇ ਵਿੱਚ ਸਭ ਕੁਛ ਛਾਪਣਾ, ਉਹਨਾਂ ਦੀ ਛਪਾਈ ਹੈ ਨਾ, ਉਹਨਾਂ ਨੂੰ ਵਧੀਆ ਤਰੀਕੇ ਨਾਲ ਮੁਹੱਈਆ ਕਰਵਾਉਣਾ, ਸਭ ਚੀਜ਼ਾਂ ਨੇ ਜਿਹੜੀਆਂ ਉਹ ਆ ਗਈਆਂ। ਤਾਂ ਇਹ ਪਾਠ ਪੁਸਤਕਾਂ ਦੀ ਜ਼ਿੰਮੇਵਾਰੀ ਕਿਸ ਦੀ ਹੈ, ਇਹ ਆਪਾਂ ਨੇ ਦੱਸਣਾ ਹੈ ਜੀ। ਪਹਿਲੀ ਆਪਸ਼ਨ ਹੈ ਜੀ UGC। ਤਾਂ UGC ਹੁੰਦਾ ਹੈ ਕਿ ਇਸ ਦੇ ਵਿੱਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਇਹ ਤਾਂ ਯੂਨੀਵਰਸਿਟੀਆਂ ਨਾਲ ਕਾਲਜਾਂ ਨਾਲ ਰਿਲੇਟਡ ਚੀਜ਼ ਹੋ ਗਈ। ਠੀਕ ਹੈ, ਯੂਨੀਵਰਸਿਟੀਆਂ ਨੂੰ ਇਹ ਮਤਲਬ ਇੰਸਟਰਕਸ਼ਨ ਦੇਣ ਵਾਲੀ ਇੱਕ ਸੰਸਥਾ ਹੈ। ਇਸ ਤੋਂ ਬਿਨਾਂ NCTE ਇਹ ਹੈ ਜੀ, ਮਤਲਬ ਟੀਚਰ ਐਜੂਕੇਸ਼ਨ ਦੇ ਉੱਤੇ ਕੰਮ ਕਰਦੀ ਹੈ ਇਹ ਸੰਸਥਾ। ਇਸ ਤੋਂ ਬਿਨਾਂ ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋ ਜਾਏਗਾ ਜੀ NCERT। ਤਾਂ NCERT ਯਾਨੀ ਕਿ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ। ਤਾਂ ਇਹ ਜਿਹੜੀ NCERT ਹੈ ਇਹ ਪੁਸਤਕਾਂ ਨੂੰ ਸੰਗਠਿਤ ਕਰਦੀ ਹੈ। ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋ ਗਿਆ। ਲੋਕਲ ਸਕੂਲ ਵਾਲੇ ਤਾਂ ਹੀ ਕਹਿ ਸਕਦੇ ਨੇ ਦੁਕਾਨ ਤੋਂ ਖਰੀਦ ਲਿਆ ਭਾਈ, ਹੈ ਨਾ। ਤਾਂ ਇਹ ਕਿਹੜੀਆਂ ਕਿਤਾਬਾਂ ਨੂੰ ਸੰਗਠਿਤ ਕਰਨਗੇ, ਜਾਂ ਫਿਰ ਚੱਕ ਕੇ ਪ੍ਰਾਈਵੇਟ ਪਬਲੀਕੇਸ਼ਨਾਂ ਦੀਆਂ ਲਗਾਉਣਗੇ। ਠੀਕ ਹੈ ਜੀ, ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 12, ਜਦੋਂ ਬੱਚਾ ਸਮਾਜ ਵਿੱਚ ਵਿਚਰ ਕੇ ਕੁਝ ਕੌਸ਼ਲ ਗ੍ਰਹਿਣ ਕਰਦਾ ਹੈ, ਮਤਲਬ ਇਹ ਕੌਸ਼ਲ ਦੇ ਵਿੱਚ ਮਤਲਬ ਕੁਝ ਵੀ ਆ ਗਿਆ ਜਿਹੜਾ ਮਤਲਬ ਸਮਾਜ ਦੇ ਵਿੱਚੋਂ ਉਸਨੇ ਕੁਝ ਸਿੱਖਿਆ। ਠੀਕ ਹੈ, ਤਾਂ ਇਹ ਕੀ ਹੈ,
ਇਹ ਸਿੱਖਣਾ ਹੈ ਜੀ, ਗ੍ਰਹਿਣ ਕਰਨਾ ਹੈ, ਜਾਂ ਪਰਿਪੱਕਤਾ ਹੈ, ਜਾਂ ਫਿਰ ਸਮਾਜੀਕਰਨ ਹੈ। ਸਭ ਤੋਂ ਬੈਸਟ ਆਪਸ਼ਨ ਜਿਹੜਾ ਉਹ ਆਪਣਾ ਆਨਸਰ ਡੀ ਹੋਏਗਾ। ਠੀਕ ਹੈ ਜੀ, ਆਪਸ਼ਨ ਡੀ ਸਭ ਤੋਂ ਬੈਸਟ ਹੈ। ਸਮਾਜੀਕਰਨ ਇਸ ਨੂੰ ਅਸੀਂ ਆਖਾਂਗੇ। ਦੇਖੋ ਜੀ, ਵੈਸੇ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਸਮਾਜ ਦੇ ਵਿੱਚੋਂ ਬੱਚਾ ਸਿੱਖਦਾ ਹੈ ਅਤੇ ਗ੍ਰਹਿਣ ਕਰਦਾ ਹੈ, ਪਰ ਬੈਸਟ ਆਪਸ਼ਨ ਆਪਣੇ ਕੋਲ ਸਮਾਜੀਕਰਨ ਇੱਥੇ ਪਈ ਹੈ। ਇਸ ਤੋਂ ਬਿਨਾਂ ਪਰਿਪੱਕਤਾ ਨਹੀਂ, ਆਪਾਂ ਇਹ ਚੀਜ਼ਾਂ ਨੂੰ ਨਹੀਂ ਡਿਸਕਸ ਕਰਾਂਗੇ। ਸਭ ਤੋਂ ਬੈਸਟ ਆਪਸ਼ਨ ਜਿਹੜੀ ਉਹ ਆਪਾਂ ਨੇ ਚੁਣਨੀ ਹੁੰਦੀ ਹੈ। ਇੱਕ ਚੀਜ਼ ਦਾ ਧਿਆਨ ਰੱਖਿਓ, ਜੇਕਰ ਤੁਸੀਂ CDP ਦਾ ਪੇਪਰ ਦੇਣ ਜਾ ਰਹੇ ਹੋ, ਕਿ ਸਭ ਤੋਂ ਬੈਸਟ ਆਪਸ਼ਨ ਹੈ ਜਿਹੜੀ ਉਹ ਚੁਣੋ, ਅਤੇ ਇੱਕ ਚੀਜ਼ ਦਾ ਧਿਆਨ ਰੱਖੋ, ਉਹ ਆਪਸ਼ਨ ਚੁਣੋ ਜਿਹੜੀ ਬਾਕੀ ਚੀਜ਼ਾਂ ਨੂੰ ਕਵਰ ਕਰ ਰਹੀ ਹੈ। ਮਤਲਬ ਕਿ ਕਈ ਵਾਰ ਕੀ ਹੁੰਦਾ, ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਆਪਸ਼ਨ ਵੀ ਸਹੀ ਹੈ, ਇਹ ਆਪਸ਼ਨ ਵੀ ਸਹੀ ਹੈ, ਇਹ ਆਪਸ਼ਨ ਵੀ ਸਹੀ ਹੈ, ਪਰ ਜਿਹੜੀ ਆਪਸ਼ਨ ਉਹਨਾਂ ਸਾਰਿਆਂ ਨੂੰ ਕਵਰ ਕਰੇ ਉਹ ਸਭ ਤੋਂ ਬੈਸਟ ਹੁੰਦੀ ਹੈ। ਇਸ ਦੇ ਵਿੱਚ ਕੋਈ ਫਿਕਸ ਆਨਸਰ ਨਹੀਂ ਨਾ ਹੁੰਦਾ। ਇਹਦਾ ਆਨਸਰ ਕਿਤੇ ਨਹੀਂ ਐਵੇਂ ਮੈਂ ਕਹਿੰਦਾ ਵੀ ਕਿਸੇ ਟੈਕਸਟ ਬੁੱਕ 'ਚ ਇਹ ਲਿਖਿਆ ਹੋਇਆ ਹੈ, ਨਹੀਂ, ਇਹ ਕਿਤੇ ਨਹੀਂ ਲਿਖਿਆ ਹੋਇਆ, ਨਾ ਹੀ ਕਿਸੇ ਨੇ ਇਹ ਅਥੈਂਟੀਕੇਟ ਕੀਤਾ ਵੀ ਇਹਦਾ ਆਨਸਰ ਇਹੀ ਆਵੇਗਾ। ਇਹ ਸਿਰਫ ਆਪਣਾ ਸੈਂਸ ਦੇ ਉੱਤੇ ਹੁੰਦਾ ਹੈ, ਆਪਣੀ ਮਤਲਬ ਕਹਿ ਸਕਦੇ ਹਾਂ ਵੀ ਇਹ ਨੌਲੇਜ ਦੇ ਉੱਤੇ ਬੇਸਡ ਹੁੰਦਾ, ਐਕਸਪੀਰੀਅੰਸ ਦੇ ਉੱਤੇ ਬੇਸਡ ਹੁੰਦਾ ਵੀ ਆਪਾਂ ਉਹਨੂੰ ਕਿਵੇਂ ਸਮਝਿਆ, ਮਤਲਬ ਸਮਝ ਕੇ ਉਸ ਨੂੰ ਅਪਲਾਈ ਕਰਨਾ ਹੁੰਦਾ, ਬੱਚੇ ਦੇ ਅਕੋਰਡਿੰਗ ਢੁਕਵਾਂ ਦੇਖਣਾ ਹੁੰਦਾ, ਅਤੇ ਸਭ ਤੋਂ ਬੈਸਟ ਆਪਸ਼ਨ ਜਿਹੜੀ ਉਹ ਸਿਲੈਕਟ ਕਰਨੀ ਹੁੰਦੀ ਹੈ। ਸਿੱਖਣ ਅਯੋਗਤਾ ਵਾਲੇ ਬੱਚੇ ਹੁੰਦੇ ਹਨ, ਯਾਨੀ ਕਿ ਜਿਹੜੇ ਲਰਨਿੰਗ ਡਿਸੇਬਿਲਟੀਜ਼ ਵਾਲੇ ਬੱਚੇ ਹੁੰਦੇ ਨੇ ਉਹ ਸਿਰਫ ਸਿਆਣੇ ਹੁੰਦੇ ਨੇ, ਬਿਮਾਰ ਹੁੰਦੇ ਨੇ, ਜਾਂ ਫਿਰ ਸਿੱਖਣ ਵਿੱਚ ਅਸਫਲ ਹੁੰਦੇ ਨੇ, ਸਿੱਖਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਹੁੰਦੇ ਨੇ। ਤਾਂ ਇਹਦੇ ਵਿੱਚ ਆਪਾਂ ਨੇ ਜਿਹੜਾ ਆਪਸ਼ਨ ਸਭ ਤੋਂ ਬੈਸਟ ਹੈ ਉਹ ਸਿਲੈਕਟ ਕਰਨਾ ਹੈ ਜੀ। ਤਾਂ ਦੇਖੋ ਜੀ, ਹੁਣ ਦੇਖੋ ਤੁਸੀਂ ਇੱਥੇ ਗੱਲ ਆ ਗਈ, ਸਿੱਖਣ ਵਿੱਚ ਅਯੋਗਤਾ ਵਾਲੇ ਬੱਚੇ ਨੇ ਜਿਹੜੇ ਉਹ ਸਿਆਣੇ ਵੀ ਤਾਂ ਹੋ ਸਕਦੇ ਨੇ, ਪਰ ਸਿਰਫ ਸਿਆਣੇ ਇਹਨਾਂ ਨੇ ਲਿਖਿਆ ਉਹ ਨਹੀਂ ਨਾ ਹੋ ਸਕਦੇ। ਸਿਰਫ ਬਿਮਾਰ ਹੋ ਸਕਦੇ, ਬਿਮਾਰ ਵੀ ਹੋਣ ਵਿੱਚੋਂ ਕੁਝ, ਪਰ ਸਾਰੇ ਬਿਮਾਰ ਵੀ ਨਹੀਂ ਹੁੰਦੇ। ਤਾਂ ਸਿੱਖਣ ਵਿੱਚ ਅਸਫਲ ਹੋ ਸਕਦੇ, ਬਹੁਤੇ ਅਸਫਲ ਹੋਣ, ਪਰ ਸਾਰੇ ਵੀ ਤਾਂ ਨਹੀਂ ਹੁੰਦੇ। ਤਾਂ ਕਹਿਣ ਦਾ ਭਾਵ ਆਪਾਂ ਨੇ ਉਹ ਆਪਸ਼ਨ ਸਿਲੈਕਟ ਕਰਨੀ ਹੁੰਦੀ ਜਿਹੜੀ ਸਭ ਤੋਂ ਬੈਸਟ ਹੋਵੇ। ਠੀਕ ਹੈ, ਸਭ ਤੋਂ ਬੈਸਟ ਆਪਸ਼ਨ ਦੇ ਨਾਲ ਆਪਾਂ ਨੇ ਜਾਣਾ ਹੁੰਦਾ। ਤਾਂ ਆਪਾਂ ਸਭ ਤੋਂ ਬੈਸਟ ਆਪਸ਼ਨ ਡੀ ਦੇ ਨਾਲ ਜਾਵਾਂਗੇ ਜੀ। ਸਿੱਖਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਹੁੰਦੇ ਨੇ। ਹਾਂ, ਇਹ ਗੱਲ ਜ਼ਰੂਰ ਹੈ ਵੀ ਜਿਹੜੇ ਸਿੱਖਣ ਅਯੋਗਤਾ ਯਾਨੀ ਕਿ ਲਰਨਿੰਗ ਡਿਸੇਬਲਡ ਜੋ ਚਾਈਲਡ ਨੇ, ਉਹਨਾਂ ਨੂੰ ਮਤਲਬ ਸਿੱਖਣ ਦੇ ਵਿੱਚ ਥੋੜ੍ਹੀ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਹਰ ਇੱਕ ਨੂੰ ਹੀ ਪੈਂਦਾ ਹੈ, ਚਾਹੇ ਇਹ ਲਰਨਿੰਗ ਡਿਸੇਬਿਲਟੀ ਕੋਈ ਵੀ ਹੋਵੇ। ਲਰਨਿੰਗ ਡਿਸੇਬਿਲਟੀ ਦੇ ਉੱਤੇ ਪੂਰੀ ਇੱਕ ਘੈਂਟ ਵੀਡੀਓ ਹੈ ਜਿਹੜੀ ਸਾਡੇ ਚੈਨਲ ਦੇ ਉੱਤੇ ਪਈ ਹੈ, ਪਰ ਤੁਹਾਨੂੰ ਉਹ ਪਤਾ ਨਹੀਂ ਲੱਭਦੀ ਕਿਉਂ ਨਹੀਂ ਬਹੁਤਿਆਂ ਨੂੰ। ਠੀਕ ਹੈ, ਤਾਂ ਉਸ ਵੀਡੀਓ ਨੂੰ ਤੁਸੀਂ ਜ਼ਰੂਰ ਦੇਖੋ ਹੀ ਜਾ ਕੇ। ਇੱਕ ਟ੍ਰਿਕ ਦੱਸੀ ਸੀ ਅਸੀਂ ਨੇ, ਉਸ ਟ੍ਰਿਕ ਦੇ ਬੇਸ 'ਤੇ ਤੁਹਾਡੇ ਸਾਰੇ ਡਿਸਆਰਡਰਸ ਨੇ ਜਿਹੜੇ, ਸਾਰੀਆਂ ਲਰਨਿੰਗ ਡਿਸੇਬਿਲਟੀਜ਼ ਨੇ ਜਿਹੜੀਆਂ ਉਹ ਕਵਰ ਹੋ ਜਾਣਗੀਆਂ। ਸਿਰਫ ਇੱਕ ਲਾਈਨ ਹੀ ਯਾਦ ਕਰਨੀ ਤੁਸੀਂ ਨੇ, ਜਿਸ ਬੇਸ 'ਤੇ ਤੁਹਾਡਾ ਨੰਬਰ ਬਣੇਗਾ ਜੀ। ਮਨੋਵਿਗਿਆਨੀਆਂ ਨੇ ਉੱਤਰ ਬਾਲ ਅਵਸਥਾ ਦੀ ਅਨੁਮਾਨਿਤ ਉਮਰ ਕਿੰਨੀ ਮੰਨੀ ਹੈ? 0 ਤੋਂ 2 ਸਾਲ ਮੰਨੀ ਹੈ, ਜਾਂ ਫਿਰ 2 ਤੋਂ 6 ਸਾਲ ਮੰਨੀ ਹੈ, ਜਾਂ ਫਿਰ 6 ਤੋਂ 12 ਜਾਂ 11 ਸਾਲ ਮੰਨੀ ਹੈ, ਜਾਂ ਫਿਰ 11 ਸਾਲ ਤੋਂ ਉੱਪਰ ਦੀ ਮੰਨੀ ਹੈ। ਤਾਂ ਇਸ ਦੇ ਵਿੱਚੋਂ ਸਾਡਾ ਰਾਈਟ ਆਨਸਰ ਦੇਖੋ ਜੀ, ਇੱਥੇ ਗੱਲ ਇਹ ਹੈ ਉੱਤਰ ਬਾਲ ਅਵਸਥਾ ਦੀ, ਯਾਨੀ ਕਿ ਲੇਟਰ ਚਾਈਲਡਹੁੱਡ ਦੀ ਇਹ ਗੱਲ ਕਰ ਰਹੇ ਨੇ, ਲੇਟਰ ਚਾਈਲਡਹੁੱਡ ਦੀ ਗੱਲ ਕਰ ਰਹੇ ਨੇ। ਤਾਂ ਇਸ ਦੇ ਵਿੱਚ ਅਨੁਮਾਨਿਤ ਉਮਰ ਕੀ ਹੈ? ਫਿਕਸ ਕਿਸੇ ਨੂੰ ਨਹੀਂ ਪਤਾ, ਕੋਈ ਕਿਤੇ ਮਤਲਬ ਇੱਕ ਰੂਲ ਨਹੀਂ ਨਾ ਬਣਿਆ ਹੋਇਆ ਵੀ ਇੱਥੇ ਇਹ ਹੈ, ਮਤਲਬ ਹਰ ਇੱਕ ਮਨੋਵਿਗਿਆਨੀ ਜਿਹੜਾ ਉਹ ਆਪਣੇ ਆਪ ਅਨੁਸਾਰ ਕਹਿੰਦਾ ਚਲਾ ਗਿਆ। ਤਾਂ ਅਲੱਗ-ਅਲੱਗ ਵਾਲ ਮਨੋਵਿਗਿਆਨੀ ਆਏ, ਉਹਨਾਂ ਨੇ ਆਪਣੀਆਂ ਹੀ ਚਲਾ ਕੇ ਚਲੇ ਗਏ, ਪਰ ਅਨੁਮਾਨਿਤ ਮਤਲਬ ਆਪਾਂ ਇੱਕ ਆਈਡੀਆ ਜਿਹਾ ਲਗਾਉਂਦੇ ਹਾਂ, ਅਤੇ ਮਤਲਬ ਪਰਿਮਾਣਿਕ ਵੀ ਕਹਿ ਲਓ ਵੀ ਜਿਹੜੀ ਨੂੰ ਸਾਰੇ ਮੰਨਦੇ ਨੇ ਇੱਕ ਐਵਰੇਜ 'ਚ ਹੀ, ਉਹ ਹੋਏਗਾ ਜੀ ਆਪਸ਼ਨ ਸੀ। ਠੀਕ ਹੈ ਜੀ, ਅਤੇ ਬਾਕੀ ਆਪਸ਼ਨਾਂ ਹੀ ਇਸ ਤਰੀਕੇ ਨਾਲ ਸੈੱਟ ਕੀਤੀਆਂ ਹੋਈਆਂ ਨੇ। ਇਹ ਵੀ ਇਹਨਾਂ 'ਚ ਕਨਫਿਊਜ਼ਨ ਦਾ ਤੁਹਾਨੂੰ ਹੋਣੀ ਵੀ ਨਹੀਂ ਚਾਹੀਦੀ, ਵਾਦ ਵਿਵਾਦ 'ਚ ਪੈਣੀ ਨਹੀਂ ਚਾਹੀਦਾ। ਹੁਣ ਪਤਾ ਹੈ ਵੀ 0 ਤੋਂ 2 ਸਾਲ ਦਾ ਤਾਂ ਬਚਪਨ ਹੁੰਦਾ ਹੀ ਨਹੀਂ, ਖਾਸ ਕਰਕੇ ਇਹਨਾਂ ਨੇ ਗੱਲ ਕੀਤੀ ਗਈ ਉੱਤਰ ਬਾਲ ਅਵਸਥਾ ਦੀ, ਯਾਨੀ ਕਿ ਲੇਟਰ ਚਾਈਲਡਹੁੱਡ ਦੀ ਗੱਲ ਕਰ ਰਹੇ ਨੇ ਇਹ। ਠੀਕ ਹੈ ਜੀ, ਤਾਂ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ 2 ਤੋਂ 6 ਸਾਲ ਤੱਕ, ਇਸ ਨੂੰ ਅਸੀਂ ਆਖਾਂਗੇ ਕਿ ਇਹ ਕੀ ਹੈ ਜੀ, ਪੂਰਵ ਬਾਲ ਅਵਸਥਾ ਹੈ। ਠੀਕ ਹੈ ਜੀ, ਇਸ ਤੋਂ ਬਿਨਾਂ 6 ਤੋਂ 11 ਸਾਲ ਮੰਨਦੇ ਨੇ, ਬਹੁਤੇ 12 ਸਾਲ ਮੰਨਦੇ ਨੇ, ਮਤਲਬ ਅਲੱਗ-ਅਲੱਗ ਹੈ, ਕੋਈ 7 ਤੋਂ ਵੀ ਸ਼ੁਰੂ ਕਰ ਲੈਂਦਾ। ਸਾਰਿਆਂ ਦੇ ਵਾਦ ਵਿਵਾਦ ਨੇ ਆਪਸ ਵਿੱਚ, ਬਟ ਤੁਸੀਂ ਨੇ ਇੱਕ ਮਤਲਬ ਐਵਰੇਜ ਜੀ ਕੱਢ ਕੇ ਯਾਦ ਕਰਨਾ ਹੁੰਦਾ ਹੈ, ਅਤੇ ਉਹ ਹੀ ਆਪਣੀ ਆਨਸਰ ਹੈ ਜਿਹੜਾ ਮਤਲਬ ਉਹ ਟੁੱਕ ਜਾਂਦਾ ਹੈ। ਠੀਕ ਹੈ ਜੀ, ਇਸ ਤੋਂ ਬਿਨਾਂ 11 ਤੋਂ ਉੱਪਰ ਦੇ, ਠੀਕ 11 ਸਾਲ ਤੋਂ ਉੱਪਰ ਦੇ ਨੂੰ ਆਪਾਂ ਅਡੋਲਸੈਂਸ 'ਚ ਗਿਣਾਂਗੇ, ਕਿਸ਼ੋਰ ਅਵਸਥਾ ਦੇ ਵਿੱਚ ਗਿਣਾਂਗੇ। ਤਾਂ ਇਹ ਸਭ ਚੀਜ਼ਾਂ ਹੋ ਗਈਆਂ ਜੀ ਡਿਸਕਸ। ਇਸ ਤੋਂ ਬਿਨਾਂ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਉਹ ਅਸੀਂ ਹੋਰ ਦੱਸਾਂਗੇ। ਤਾਂ ਇਹ ਜਿਹੜੀਆਂ ਸਟੇਜਸ ਨੇ ਜੀ, ਇਹਨਾਂ ਨੂੰ ਮੈਂ ਯਾਦ ਰੱਖਣ ਦੇ ਲਈ ਤੁਹਾਨੂੰ ਇੱਕ ਆਈਡੀਆ ਦੇ ਦਿੰਦਾ, ਮਤਲਬ ਇੱਕ ਐਵਰੇਜ ਜੀ ਚੀਜ਼ ਦੱਸ ਦਿੰਦਾ, ਜਿਹਨੂੰ ਮਤਲਬ ਜਿਹਦੇ ਨਾਲ ਲਗਭਗ ਸਾਰੇ ਕਹਿ ਲਓ ਜਾਂ ਬਹੁਤੇ ਜਿਹੜੇ ਮਨੋਵਿਗਿਆਨੀ ਨੇ ਉਹ ਸਹਿਮਤ ਨੇ। ਮਤਲਬ ਇੱਕ ਆਈਡੀਆ ਦੇ ਰਿਹਾ ਮੈਂ ਤੁਹਾਨੂੰ ਇਹਨਾਂ ਸਟੇਜਸ ਬਾਰੇ। ਸਭ ਤੋਂ ਪਹਿਲਾਂ ਆਪਾਂ ਮੰਨਦੇ ਹਾਂ ਜੀ ਕਨਸੈਪਸ਼ਨਲ ਪੀਰੀਅਡ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਕਨਸੈਪਸ਼ਨਲ ਪੀਰੀਅਡ ਹੋਏਗਾ, ਕਨਸੈਪਸ਼ਨਲ ਪੀਰੀਅਡ ਦਾ ਮੀਨਿੰਗ ਇਹ ਹੁੰਦਾ ਜੀ ਕਿ ਗਰਭ ਅਵਸਥਾ ਜਿਹੜੀ
ਕਨਸੈਪਸ਼ਨਲ ਪੀਰੀਅਡ यानी कि गर्भ अवस्था इस नूं मन्निया गया जी 9 महीने, ठीक है जी, 9 मंथ बिफोर बर्थ, मतलब कि जदों बच्चा जिहड़ा वो अपनी माता के पेट विच हुंदा है, गर्भ दे विच हुंदा है, जन्म तो 9 महीने पहलां, ठीक है जी। तो 9 महीने पहलां की गल कर रहा मैं जन्म तो, इस नूं असीं गर्भ अवस्था यानी कि कनसैप्शनल पीरीਅड आखदे हां। इस तो बिना जेकर गल करिए इस तो बाद जदों बच्चा जन्म लै लैंदा है तो उसनूं शिशु अवस्था कह दित्ता जांदा है, ਜਾਂ फिर ਆਪਾਂ ਇਨਫੈਂਸੀ कह ਦਿੰਦੇ ਹਾਂ, ठीक है जी। इनफेंसी स्टेज कह ਦਿੰਦੇ ਹਾਂ, शिशु अवस्था कह ਦਿੰਦੇ ਹਾਂ। ਤਾਂ ਇਹ ਹੁੰਦੀ ਹੈ जी 0 ਦਾ मतलब है ਜਦੋਂ जन्म हो गया उसका, ठीक है। ਤਾਂ जन्म तो 2 साल तक की उम्र है जी इस नूं ਮੰਨਿਆ ਜਾਂਦਾ जी शिशु अवस्था ਜਾਂ कह लो इनफेंसी स्टेज। नंबर 3 तीसरे नंबर पर गल की जाती है जी चाइल्डहुड, ठीक है जी। चाइल्डहुड पहला मैं सिंपली चाइल्डहुड दस रहा तुहानूं। ਤਾਂ ਚਾइल्डहुड ਦੇ ਵਿੱਚ ਕੀ ਹੋਏਗਾ जी, ਚਾइल्डहुड ਨੂੰ ਅਸੀਂ ਮੰਨਦੇ ਹਾਂ 2 ਤੋਂ ਲੈ ਕੇ 11 ਤੱਕ ਮੰਨਦੇ ਨੇ, ਬਹੁਤੇ 12 ਤੱਕ ਮੰਨਦੇ ਨੇ, ठीक है। ਤਾਂ ਤੁਸੀਂ ਸਿੰਪਲੀ 11-12 याद कर लो, ठीक है। 2 ਤੋਂ 11-12 ਤੱਕ ਚਾइल्डहुड ਮੰਨਿਆ ਜਾਂਦਾ ਹੈ। ਪਰ ਇਹ ਜਿਹੜਾ 2 ਤੋਂ 11 ਜਾਂ 12 ਤੱਕ ਆਪਾਂ ਨੇ ਮੰਨਿਆ ਸੀ, ਇਸ ਤੇ ਵੀ ਅੱਗੇ 2 ਭਾਗ ਨੇ ਜੀ। ਇਸ ਨੂੰ ਅੱਗੇ 2 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ। ਇਹ 2 ਹਿੱਸੇ ਕਿਹੜੇ-ਕਿਹੜੇ ਨੇ ਇਹ ਵੀ ਆਪਾਂ ਡਿਸਕਸ ਕਰਦੇ ਹਾਂ ਜੀ। ਦੇਖੋ ਜੀ ਆਪਾਂ ਹੁਣ ਇਹ ਤਾਂ ਸਮਝ ਚੁੱਕੇ ਹਾਂ कि जो चाइल्डहुड है वो 2 तो आप 11 या 12 साल की उम्र मन्नी है, ठीक है जी। इस ते 2 हिस्से हो गए यानी कि 2 तो 6 साल तक की, 6 तो कह लो या 7 तो कह लो 11 या 12 तक, ठीक है। मतलब तुम एक आइडिया जिहा लगा लो, 6 तो 11 याद कर लो, कोई दिक्कत नहीं, ठीक है। तो 2 तो 6 तक है जिहड़ा इसनूं असीं मनदे जी अर्ली चाइल्डहुड। अर्ली चाइल्डहुड मीनस कि आप कह सकते हैं कि पूर्व बाल अवस्था, ठीक है जी। इस तो बिना जेकर आप गल करिए 6 तो 11 की, तो इस नूं मन्निया जांदा लेटर चाइल्डहुड, जिहदी आपां हुण वीडियो दे विच गल करके हटे हाँ। तो यानी कि उत्तर बाल अवस्था इस नूं आखदे आ। लेटर का मीनिंग हुंदा है उत्तर। तो इस तरीके नाल आपां ने चाइल्डहुड की डिस्कशन की है। इस तो बाद आ जांदी जी अडल्ट, सॉरी अडल्ट नहीं कह सकते, अडोलसेंस स्टेज आ जाती है, ठीक है। अडल्ट तो उस तो बाद ही स्टेज होएगी। तो अडोलसेंस दे विच की हुंदा है कि 11 तो ਜਾਂ 12 जिथे अपन वो खत्म किया सी, उस तो लैके यह मन्नी जाती है जी 18 या 19 साल की तक, ठीक है। 11 तो शुरू करके 11 या 12 तो शुरू करके 18 या 19 तक ये मन्नी जाती है। तो इस तो बिना जेकर आप गल करिए 19 तो बाद वाले नूं, ठीक है, या 18 तो बाद वाले नूं, उन्होंने असीं अडल्ट की कैटागरी दे विच गिणदे हां, ठीक है जी। तो 18+ जो कहा जाता है वो अडल्ट दे विच आ जाते हैं, ठीक है जी। तो इस तरीके नाल यह स्टेज तुहाडे लई इंपोर्टेंट चीज़ सी। तो इनू मतलब एक आइडिया जे पक्षों याद कर लो। वैसे हर एक जिहड़े मनोविग्यानी ने उन्होंने अपने अपने इस दे विच मतभेद रखे ने, ठीक है जी। तो ये चीज़ नूं ध्यान दे विच जरूर रखियो। इस तो बाद आपां डिस्कस करते हाँ जी प्रश्न नंबर 15 मनोविश्लेषणवाद कह लो, ठीक है, या फिर मनोविश्लेषण कह लो। दा पितामह कौन है, यानी कि साइको एनालिसिस दा फादर किस नूं कहा जाता है, जीन पियाजे नूं, सिगमंड फ्राइड नूं, या फिर विलियम वुंट नूं कहा जाता है, या फिर लेव विगोस्टकी नूं कहा जाता है। तो इसका जो राइट आंसर है प्लीज़ तुसीं नाल दी नाल कमेंट बॉक्स दे विच भी लिखते रहो, ठीक है जी। तो इसका राइट आंसर हो जाएगा जी ऑप्शन बी, सिगमंड फ्राइड नूं मन्निया गया जी साइको एनालिसिस दा फादर। इस तो बिना यही इसकी जिहड़ी थ्योरी भी है, ठीक है जी, साइको एनालिसिस है, इस नूं अलग अलग नेम्स के नाल जाणिया जांदा है। जिवें इस नूं इनू साइकोसैक्सुअल अप्रोच भी कह दिता जाता है। इस तो बिना इसनूं साइको एनालिटिक अप्रोच भी कह दिता जाता है, ठीक है जी। तो इसके अलग अलग जिहड़े नेम ने ये लए जाते हैं। इस तो बिना यह चीज़ां ने जिहड़ियां ये इंपोर्टेंट बन जांदियां ने, इन्हां नूं ध्यान दे जरूर रखियो। लो जी हुण आपां डिस्कस करते हैं नैक्सट प्रश्न। एक इसका होर भी नाम लिया जाता है, उन्होंने भी तुसीं ध्यान दे के रखियो। देखो आपां ने ये तो डिस्कस कर लिया साइको एनालिसिस, ठीक है। तो एक साइको डायनामिक अप्रोच भी इसे नूं कह दिता जाता है, ये चीज़ भी ध्यान दे के रखियो। बाले नाम ने ये सिगमंड फ्राइड दे, ठीक है जी। इस तो बाद है जी प्रश्न नंबर 16 आधुनिक अध्यापन सहायक समग्री किहड़ी है। तो आधुनिक दसना आपां ने ये सारियां जिहड़ियां ऑप्शन दे विच ने, वैसे तो ये सारियां ही सहायक समग्रियां हैगियां ने, बट इत्थे गल कर रहे हैं ये आधुनिक दी, मतलब कि मॉडर्न होवे, ठीक है, सारिਆਂ तो अपडेटेड चीज़ होवे। ब्लैक बोर्ड नहीं, ये तो रवायती आ गया। इस तो बिना रेडियो रवायती आ गया, तो मतलब अप्रोक्सीमेट कह रहे हैं आप अलोप ही हो रहे हैं। टेप रिकॉर्डर नूं भी आप पुराना ही मन्नांगे। तो LCD प्रोजैक्टर है जिहड़ा इसनूं आपां
ਅਪਡੇਟਡ ਚੀਜ਼ ਮੰਨ ਸਕਦੇ ਹਾਂ, ਮਾਡਰਨ ਚੀਜ਼ ਮੰਨ ਸਕਦੇ ਹਾਂ, ਤਾਂ ਇੱਥੇ ਆਧੁਨਿਕਤਾ ਦੀ ਗੱਲ ਕੀਤੀ ਗਈ ਸੀ। ਤਾਂ ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਿਨਾਂ ਕੁਝ ਚੀਜ਼ਾਂ ਹੋਰ, ਜਿਵੇਂ ਬਲੈਕ ਬੋਰਡ ਹੈ ਜੀ, ਤਾਂ ਜਿਹੜਾ ਬਲੈਕ ਬੋਰਡ ਹੈ ਇਹ ਹੈ ਜੀ ਸਿਰਫ ਦੇਖਦੇ ਨੇ ਬੱਚੇ, ਤਾਂ ਵਿਜ਼ੂਅਲ ਹੈ ਇਹ, ਠੀਕ ਹੈ, ਵਿਜ਼ੂਅਲ ਟੀਚਿੰਗ ਏਡਸ ਦੇ ਵਿੱਚ ਆਉਂਦਾ ਹੈ। ਇਸ ਤੋਂ ਬਿਨਾਂ ਇਹ ਨੋਨ ਪ੍ਰੋਜੈਕਟਡ ਹੈ, ਠੀਕ ਹੈ। ਅਤੇ ਰੇਡੀਓ ਹੈ ਜਿਹੜਾ ਇਹ ਓਨਲੀ ਆਡੀਓ ਹੁੰਦੀ ਹੈ ਇਸ ਦੇ ਵਿੱਚ, ਤਾਂ ਇਹ ਕੀ ਹੈ ਆਡੀਬਲ ਡਿਵਾਈਸ ਕਹਿ ਸਕਦੇ ਹਾਂ ਆਪਾਂ, ਠੀਕ ਹੈ। ਜਿਸ ਦੀ ਬੱਚੇ ਨੇ ਜਿਹੜੇ ਉਹ ਮਤਲਬ ਉਹਨਾਂ ਨੂੰ ਸੁਣਾ ਕੇ ਇਸ ਨੂੰ ਐਜ਼ ਏ ਟੀਚਿੰਗ ਏਡਸ ਯੂਜ਼ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਟੇਪ ਰਿਕਾਰਡਰ ਦੇ ਵਿੱਚ ਆਡੀਓ ਹੁੰਦੀ ਹੈ, ਠੀਕ ਹੈ, ਕੁਝ ਰਿਕਾਰਡ ਕੀਤੀ ਹੋਈ ਉਸ ਨੂੰ ਬੱਚੇ ਸੁਣਦੇ ਨੇ, ਤਾਂ ਉਹ ਇਸ ਤਰੀਕੇ ਨਾਲ ਟੇਪ ਰਿਕਾਰਡਰ ਨੂੰ ਐਜ਼ ਏ ਟੀਚਿੰਗ ਏਡਸ ਯੂਜ਼ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਤਾਂ ਇਹ ਹੋ ਗਈ ਸਭ। ਅਤੇ ਇਸ ਤੋਂ ਬਿਨਾਂ LCD ਪ੍ਰੋਜੈਕਟਰ ਜਿਹੜਾ, ਇਸ ਦੇ ਵਿੱਚ ਕੀ ਹੁੰਦਾ ਹੈ ਬੱਚੇ ਮਤਲਬ ਆਵਾਜ਼ ਵੀ ਸੁਣ ਰਹੇ ਨੇ, ਠੀਕ ਹੈ, ਦੇਖ ਵੀ ਰਹੇ ਨੇ, ਤਾਂ ਇਸ ਦੇ ਵਿੱਚ ਸਭ ਚੀਜ਼ਾਂ ਹੀ ਸ਼ਾਮਲ ਨੇ, ਠੀਕ ਹੈ ਜੀ। ਨੈਕਸਟ ਡਿਸਕਸ ਕਰਦੇ ਹਾਂ ਜੀ ਅਸੀਂ ਸਿਰਫ ਸ਼ਰਵਣ ਸਰੋਤ ਚੁਣੋ। ਇਸ ਨੂੰ ਪੰਜਾਬੀ ਦੇ ਪੁਆਇੰਟ ਆਫ ਵਿਊ ਤੋਂ ਐਡ ਕੀਤਾ ਸੀ ਨੇ ਵੀ ਪੰਜਾਬੀ ਪੈਡਾਗੋਜੀ ਦੇ ਵਿੱਚ ਇੱਦਾਂ ਪ੍ਰਸ਼ਨ ਇਸ ਦਾ ਬਣ ਸਕਦਾ ਹੈ, ਠੀਕ ਹੈ। ਤਾਂ ਸ਼ਰਵਣ ਦਾ ਮੀਨਿੰਗ ਕੀ ਹੁੰਦਾ, ਇਹੀ ਤਾਂ ਇੱਥੇ ਕਨਸੈਪਟ ਸੀ। ਤਾਂ ਇੱਥੇ ਇਹਨੂੰ ਮਤਲਬ ਇੱਦਾਂ ਜੇ ਕਰਕੇ ਪਾਇਆ ਸੀ ਨੇ ਵੀ ਇਸ ਦਾ ਮੀਨਿੰਗ ਹੁੰਦਾ ਸੁਣਨ ਸਰੋਤ, ਠੀਕ ਹੈ। ਆਪਾਂ ਟੋਟਲ ਇਹਦਾ ਕੀ ਕਹਿ ਸਕਦੇ ਵੀ ਸੁਣਨ ਸਰੋਤ ਦੱਸਣਾ ਆਪਾਂ ਨੇ ਵੀ ਸੁਣਨ ਨਾਲ ਸੰਬੰਧਿਤ ਕਿਹੜਾ ਹੈ, ਸਿਰਫ ਸੁਣਨ ਨਾਲ, ਸਿਰਫ ਸ਼ਬਦ ਵੀ ਲੱਗੇ ਇਹ ਵੀ ਦੇਖ ਲਿਓ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਆਪਾਂ ਹੁਣ ਬਲੈਕ ਬੋਰਡ ਹੈ ਉਸ ਨੂੰ ਦੇਖ ਸਕਦੇ ਨੇ ਬੱਚੇ, ਉਹ ਸੁਣਾਉਂਦਾ ਤਾਂ ਨਹੀਂ ਬੱਚਿਆਂ ਨੂੰ ਕੁਛ, ਨਹੀਂ ਤਾਂ ਫਿਰ ਟੀਚਰ ਰੱਖ ਕੇ ਕਿਤਾਬ ਬਲੈਕ ਬੋਰਡ 'ਤੇ ਕਹਿੰਦੇ ਚਲੋ ਜੀ ਪੜ੍ਹਾ ਦਿਓ, ਠੀਕ ਹੈ, ਅਤੇ ਮਸਤੀ 'ਚ ਚਲਾ ਜਾਵੇ। ਨੈਕਸਟ ਰੇਡੀਓ ਸਿਰਫ ਸੁਣਨਯੋਗ ਹੈ ਜੀ, ਬਿਲਕੁਲ ਰਾਈਟ ਆਪਸ਼ਨ ਹੈ ਸਾਡਾ ਬੀ ਹੀ ਹੋ ਜਾਏਗਾ, ਠੀਕ ਹੈ। ਇਸ ਤੋਂ ਬਿਨਾਂ ਆਪਾਂ ਵੀਡੀਓ ਅਤੇ LCD ਪ੍ਰੋਜੈਕਟਰ ਨੇ ਜਿਹੜੇ ਇਹ ਆਡੀਓ ਵਿਜ਼ੂਅਲ ਦੋਨੇ ਹੋ ਜਾਣਗੇ, ਠੀਕ ਹੈ ਜੀ। ਅਤੇ ਇਹ ਸਿਰਫ ਵਿਜ਼ੂਅਲ ਹੋ ਗਿਆ, ਓਨਲੀ ਆਡੀਬਲ ਕਿਹੜਾ ਹੈ, ਆਪਸ਼ਨ ਬੀ ਰੇਡੀਓ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 18, ਜੇਕਰ ਭਾਸ਼ਾਵਾਂ ਨੂੰ ਵਿਗਿਆਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਮੂਲ ਰੂਪ ਵਿੱਚ ਭਾਸ਼ਾਵਾਂ ਵਿੱਚ ਬਹੁਤ ਅੰਤਰ ਹੈ, ਡੂੰਘਾ ਸੰਬੰਧ ਹੈ, ਕੋਈ ਫਰਕ ਨਹੀਂ ਜਾਂ ਫਿਰ ਮਾਮੂਲੀ ਫਰਕ। ਤਾਂ ਇਸ ਦੇ ਵਿੱਚ ਥੋੜ੍ਹਾ ਜਿਹਾ ਇਹਨਾਂ ਨੇ ਕੰਪਲੀਕੇਟਡ ਮਸਲਾ ਕੀ ਕਰਤਾ, ਤਾਂ ਆਪਾਂ ਸਭ ਤੋਂ ਬੈਸਟ ਆਪਸ਼ਨ ਜਿਹੜੀ ਉਹ ਚੁਣਾਂਗੇ, ਠੀਕ ਹੈ। ਤਾਂ ਇਹਨਾਂ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਭਾਸ਼ਾਵਾਂ ਵਿੱਚ ਸੰਬੰਧ ਕਹਿ ਸਕਦੇ ਸੀ, ਡੂੰਘਾ ਵੀ ਨਹੀਂ ਕਹਿ ਸਕਦੇ, ਮਤਲਬ ਸੰਬੰਧ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਤਾਂ ਭਾਸ਼ਾਵਾਂ ਦਾ ਕੀ ਹੈ ਆਪਸੀ ਸੰਬੰਧ ਹੈਗੇ ਜੀ, ਠੀਕ ਹੈ। ਜਿਵੇਂ ਆਪਾਂ ਗੱਲ ਕਰ ਲੈਂਦੇ ਹਾਂ ਵੀ ਹੁਣ ਧੁਨੀ ਬੋਧ ਉਹ ਇੰਗਲਿਸ਼ 'ਚ ਵੀ ਕੁਛ ਹੋਊਗਾ ਹੈ ਨਾ, ਫੋਨੋਲੋਜੀ। ਤਾਂ ਇਸ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਮਤਲਬ ਭਾਸ਼ਾਵਾਂ ਨੇ ਉਹ ਆਪਸ ਵਿੱਚ ਅਟੈਚਡ ਕਹਿ ਸਕਦੇ ਆਪਾਂ, ਆਪਸ ਵਿੱਚ ਸੰਬੰਧਿਤ ਹੈਗੀਆਂ ਨੇ। ਇੱਥੇ ਮੈਨੂੰ ਲੱਗਦਾ ਡੂੰਘਾ ਸੰਬੰਧ ਦੀ ਬਜਾਏ ਬੈਸਟ ਇਹ ਹੋ ਸਕਦਾ ਸੀ ਵੀ ਇਹਨਾਂ ਦਾ ਮੂਲ ਰੂਪ ਵਿੱਚ ਸੰਬੰਧ ਹੈਗੇ ਹੈ, ਠੀਕ ਹੈ ਜੀ। ਤਾਂ ਕੁਝ ਨਾ ਕੁਝ ਸੰਬੰਧ ਇਹਨਾਂ ਦਾ ਆਪਸ ਵਿੱਚ ਹੈਗੇ ਹੈ, ਕੋਈ ਫਰਕ ਨਹੀਂ ਕਿਵੇਂ ਹੋ ਸਕਦਾ, ਭਾਸ਼ਾਵਾਂ ਦੇ ਵਿੱਚ ਦਾ ਫਰਕ ਹੋਊਗਾ। ਭਾਸ਼ਾ ਵਿੱਚ ਬਹੁਤ ਅੰਤਰ ਹੈ, ਬਹੁਤ, ਇਹਦੇ ਵੀ ਥੋੜ੍ਹਾ ਜ਼ਿਆਦਾ ਹੋ ਗਿਆ, ਮਾਮੂਲੀ ਫਰਕ ਇਹ ਵੀ ਨਹੀਂ। ਤਾਂ ਸਭ ਤੋਂ ਬੈਸਟ ਆਪਸ਼ਨ ਜਿਹੜਾ ਆਪਣੇ ਕੋਲ ਆਨਸਰ ਬੀ ਆਪਸ਼ਨ ਬਣੇਗੀ। ਇਸ ਤੋਂ ਬਾਅਦ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 19। ਲਓ ਜੀ ਆ ਗਿਆ ਪਿਆਜ਼ੇ ਤੋਂ ਬਿਨਾਂ ਪੈਡਾਗੋਜੀ ਜਿਹਨੂੰ ਆਪਾਂ CD ਵੀ ਕਹਿ ਲਓ ਇਹ ਅਧੂਰੀ ਹੈ ਜੀ, ਠੀਕ ਹੈ। ਪਿਆਜ਼ੇ ਅਤੇ ਵਾਈਗੋਟਸਕੀ ਤੋਂ ਬਿਨਾਂ ਅਧੂਰੀ ਹੈ ਇਹ। ਤਾਂ ਪਿਆਜ਼ੇ ਦੇ ਅਨੁਸਾਰ ਭਾਸ਼ਾ ਹੋਰ ਬੋਧਾਤਮਕ ਪ੍ਰਣਾਲੀਆਂ ਵਾਂਗ ਵਾਤਾਵਰਨ ਨਾਲ ਪਰਸਪਰ ਪ੍ਰਭਾਵ ਰਾਹੀਂ ਵਿਕਸਿਤ ਹੁੰਦੀ ਹੈ। ਮਤਲਬ ਕਿ ਜਿਵੇਂ ਬਾਕੀ ਬੋਧਾਤਮਕ ਪ੍ਰਣਾਲੀਆਂ ਨੇ ਹੈ ਨਾ, ਵੀ ਉਸੇ ਤਰ੍ਹਾਂ ਜਿਹੜੀ ਭਾਸ਼ਾ ਹੈ ਇਹ ਵੀ ਮਤਲਬ ਵਾਤਾਵਰਨ ਦੇ ਨਾਲ ਪਰਸਪਰ ਪ੍ਰਭਾਵ ਰਾਹੀਂ ਵਿਕਸਿਤ ਹੁੰਦੀ ਹੈ। ਮਤਲਬ ਕੀ ਵਾਪਰਦਾ ਇਸ ਦੇ ਵਿੱਚ ਹੈ ਨਾ, ਵੀ ਵਾਤਾਵਰਨ ਦਾ ਅਤੇ ਭਾਸ਼ਾ ਦਾ ਆਪਸ ਵਿੱਚ ਕੀ ਹੁੰਦਾ ਹੈ, ਟਕਰਾਅ ਹੁੰਦਾ ਹੈ ਜਾਂ ਫਿਰ ਵਿਛੋੜਾ ਹੁੰਦਾ ਹੈ ਜਾਂ ਫਿਰ ਆਪਸੀ ਤਾਲਮੇਲ ਹੁੰਦਾ ਹੈ ਜਾਂ ਫਿਰ ਤਾਲਮੇਲ। ਇਹ ਤਾਂ ਫਿਰ ਕੋਈ ਗੱਲ ਹੀ ਨਾ ਬਣੀ ਆਪਸੀ ਤਾਲਮੇਲ ਜਾਂ ਤਾਲਮੇਲ ਦੀ। ਇੱਥੇ ਕੁਛ ਆਪਸ਼ਨ 'ਚ ਹੋਰ ਪਾ ਲਓ, ਠੀਕ ਹੈ। ਆਪਾਂ ਇਹ ਕਹਿ ਸਕਦੇ ਹਾਂ ਵਿਰੋਧ, ਠੀਕ ਹੈ, ਵਿਰੋਧ ਕਹਿ ਲਓ, ਫਿਰ ਉਹ ਵੀ ਉਹੀ ਹੋ ਗਿਆ ਨਾ। ਚਲੋ ਆਪਸ਼ਨ ਵਿਰੋਧ ਲਿਖ ਲਓ। ਤਾਂ ਇਸ ਦੇ ਵਿੱਚ ਸਭ ਤੋਂ ਬੈਸਟ ਆਪਸ਼ਨ ਜਿਹੜਾ ਆਪਾਂ ਆਪਸੀ ਤਾਲਮੇਲ ਕਹਾਂਗੇ ਵਾਤਾਵਰਨ ਦਾ ਅਤੇ ਹੋਰ ਬੋਧਾਤਮਕ ਪ੍ਰਣਾਲੀਆਂ ਜਾਂ ਭਾਸ਼ਾ ਦਾ ਕਹਿ ਲਓ, ਠੀਕ ਹੈ ਜੀ। ਤਾਂ ਇਹਨਾਂ ਚੀਜ਼ਾਂ ਦਾ ਜਦੋਂ ਆਪਸੀ ਤਾਲਮੇਲ ਬੈਠਦਾ ਫਿਰ ਹੀ ਭਾਸ਼ਾ ਉਭਰਦੀ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 20, ਇੱਕ ਵੱਡੇ ਸਮੂਹ ਦੇ ਸਾਹਮਣੇ ਬੋਲਦਾ ਹੋਇਆ ਤੁਹਾਡਾ ਵਿਦਿਆਰਥੀ ਬਣਤਾ। ਆਪਾਂ ਪਾਤਰ ਵੀ ਉਹ ਜਿਹੇ ਲੈ ਕੇ ਆਉਣ ਲੱਗ ਗਏ ਹੁਣ, ਠੀਕ ਹੈ, ਪ੍ਰਸ਼ਨਾਂ ਦੇ ਵਿੱਚ। ਨਹੀਂ ਉਹੀ ਫਿਰ ਉਹ ਇੰਗਲਿਸ਼ ਵਾਲੀਆਂ ਪੈਡਾਗੋਜੀਆਂ 'ਚ ਲਿਖੇ ਪਏ ਹੁੰਦੇ ਨੇ, ਮਾਰੀਆ ਹੈ ਨਾ ਜੀ, ਬੀਟਸ, ਮਤਲਬ ਜੂਨ ਇੱਦਾਂ ਦੇ ਨਾਮ ਜੀ, ਉਹ ਚੀਜ਼ਾਂ ਨੂੰ ਆਪਾਂ ਨੇ ਕੱਟ ਕਰਨਾ ਹੈ। ਆਪਾਂ ਹੁਣ ਪਾਤਰ ਵੀ ਪੰਜਾਬੀ ਵਾਲੇ ਲੈ ਕੇ ਆਉਣ ਲੱਗ ਗਏ। ਬੰਤਾ ਤੁਹਾਡੀ ਜਮਾਤ ਦਾ ਇੱਕ ਵਿਦਿਆਰਥੀ ਹੈ, ਬੰਤਾ, ਉਹ ਪੜ੍ਹਦਾ ਮਤਲਬ ਅਟਕ ਜਾਂਦਾ ਹੈ, ਬੋਲਦਾ, ਸੌਰੀ ਪੜ੍ਹਦਾ ਨਹੀਂ, ਵੱਡੇ ਸਮੂਹ ਦੇ ਸਾਹਮਣੇ ਬੋਲਦਾ ਅਟਕ ਜਾਂਦਾ ਹੈ। ਤੁਸੀਂ ਇੱਕ ਅਧਿਆਪਕ ਵਜੋਂ ਉਸ ਦੀ ਕਿਵੇਂ ਸਹਾਇਤਾ ਕਰੋਗੇ? ਤਾਂ ਦੇਖਦੇ ਹਾਂ ਵੀ ਤੁਸੀਂ ਕਿਵੇਂ ਸਹਾਇਤਾ ਕਰੋਗੇ। ਉਸ ਨੂੰ ਹਮੇਸ਼ਾ ਇੱਕ ਵੱਡੇ ਸਮੂਹ ਦੇ ਸਾਹਮਣੇ ਬੋਲਣ ਲਈ ਕਹੋਗੇ,
ਕਿਉਂ ਮਰਵਾਣੇ ਵਿਚਾਰੇ ਨੂੰ ਜਦੋਂ ਉਹ ਅਟਕਦਾ ਹੈ ਤਾਂ ਉਹਨੂੰ ਹੁਣ ਪਹਿਲੇ ਦਿਨ ਥੋੜੀ ਭੇਜ ਦੋਗੇ ਜਾਂ ਵੱਡੇ ਦੇ ਸਮੂਹ ਦੇ ਸਾਹਮਣੇ ਬੋਲ ਕੇ ਆ। ਜ਼ਬਰਦਸਤੀ ਉਸਦਾ ਸਵੈ ਵਿਸ਼ਵਾਸ ਪੈਦਾ ਕਰੂਗਾ। ਦੇਖੋ ਸਵੈ ਵਿਸ਼ਵਾਸ ਇੱਕ ਚੰਗੀ ਚੀਜ਼ ਸੀ ਵੀ ਆਪਾਂ ਪੈਦਾ ਕਰਦੇ ਐਜ਼ ਏ ਟੀਚਰ, ਬਟ ਇੱਥੇ ਜ਼ਬਰਦਸਤੀ ਗੱਲ ਕੀਤੀ ਗਈ ਹੈ। ਇਹ ਨਹੀਂ ਹੈਗਾ ਵੀ ਆਪਾਂ ਹੁਣ ਡੰਡਾ ਚੱਕ ਲਾਂਗੇ ਵੀ ਚਲੋ ਜੀ ਲਓ ਵਿਸ਼ਵਾਸ ਪੈਦਾ ਕਰ, ਇੱਦਾਂ ਤਾਂ ਜ਼ਬਰਦਸਤੀ ਵੀ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਤਾਂ ਆਪਸ਼ਨ ਬੀ ਵੀ ਕੱਟ ਗਈ, ਫਸਟ ਕੱਟ ਗਈ। ਉਸ ਨੂੰ ਸ਼ੁਰੂ ਵਿੱਚ ਛੋਟੇ ਸਮੂਹਾਂ ਵਿੱਚ ਬੋਲਣ ਦੇ ਕਾਫੀ ਮੌਕੇ ਦਿਓਗੇ, ਆਪਸ਼ਨ ਠੀਕ ਹੈ। ਨੈਕਸਟ ਵੀ ਆਪਾਂ ਪੜ੍ਹ ਲੈਂਦੇ ਹਾਂ। ਉਸ ਨੂੰ ਵਾਰ-ਵਾਰ ਸਮਝਾਓਗੇ ਕਿ ਉਹ ਵੱਡੇ ਸਮੂਹ ਵਿੱਚ ਨਹੀਂ ਬੋਲ ਸਕਦਾ। ਇਹ ਤਾਂ ਵੈਸਟ ਪੁਆਇੰਟ ਹੈ ਹੀ ਨਹੀਂ, ਇਹ ਤਾਂ ਨੈਗੇਟਿਵ ਪੁਆਇੰਟ ਹੋ ਗਿਆ। ਤਾਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਸੀ ਹੀ ਰਹਿ ਗਈ ਜੀ, ਕਿ ਉਸ ਨੂੰ ਆਪਾਂ ਕੀ ਕਰਾਂਗੇ, ਪਹਿਲਾਂ ਛੋਟੇ ਸਮੂਹ ਦੇ ਵਿੱਚ ਬੋਲਣ ਦੇ ਮੌਕੇ ਦੇਵਾਂਗੇ। ਜਦੋਂ ਉਹ ਵੱਧ ਤੋਂ ਵੱਧ ਬੋਲੂਗਾ ਫਿਰ ਉਸ ਨੂੰ ਸੁਭਾਅ ਪੈ ਜਾਊਗਾ। ਠੀਕ ਹੈ, ਤਾਂ ਉਸ ਦੀ ਜਿਹੜੀ ਝਿਜਕ ਹੈ, ਝਾਕ ਹੈ, ਜਿਹੜਾ ਉਹ ਖੁੱਲ੍ਹ ਜੂਗਾ। ਤਾਂ ਇਸ ਤਰੀਕੇ ਨਾਲ ਆਪਸ਼ਨ ਸੀ ਸਾਡਾ ਰਾਈਟ ਆਨਸਰ ਜਿਹੜਾ ਉਹ ਹੋ ਜਾਵੇਗਾ। ਭਾਸ਼ਾ ਸਿੱਖਣ ਵਿੱਚ ਵੱਡੀ ਰੁਕਾਵਟ। ਠੀਕ ਹੈ, ਪਾਠ ਪੁਸਤਕਾਂ, ਕੀ ਪਾਠ ਪੁਸਤਕਾਂ ਰੁਕਾਵਟ ਹੋ ਸਕਦੀਆਂ ਨੇ? ਪ੍ਰੇਰਨਾ ਦੀ ਕਮੀ ਜਾਂ ਫਿਰ ਸਹਾਇਕ ਸਮੱਗਰੀ ਜਾਂ ਫਿਰ ਅੰਦਰੂਨੀ ਸ਼ਕਤੀ। ਦੇਖੋ ਜੀ, ਜਿੱਥੋਂ ਤੱਕ ਮੈਨੂੰ ਲੱਗਦਾ ਹੈ ਪਾਠ ਪੁਸਤਕਾਂ ਦਾ ਸਹਾਇਕ ਸਮੱਗਰੀ ਵਜੋਂ ਆਪਾਂ ਅੱਜ ਦੀ ਕਲਾਸ ਵਿੱਚ ਹੀ ਪੜ੍ਹਿਆ ਸੀ ਪਹਿਲਾਂ, ਹੈ ਨਾ। ਤਾਂ ਪਾਠ ਪੁਸਤਕਾਂ ਦਾ ਇੱਕ ਸਹਾਇਕ ਸਮੱਗਰੀ ਨੇ ਉਹ ਰੁਕਾਵਟ ਕਿਵੇਂ ਹੋ ਜਾਣਗੀਆਂ? ਪ੍ਰੇਰਨਾ ਦੀ ਕਮੀ ਬਿਲਕੁਲ ਹੋ ਸਕਦਾ ਜੀ। ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋਏਗਾ। ਤਾਂ ਆਪਸ਼ਨ ਬੀ ਦੇ ਨਾਲ ਜਾਣਾ ਬੈਸਟ ਰਹੇਗਾ। ਠੀਕ ਹੈ ਜੀ, ਅਤੇ ਬਾਕੀ ਆਪਸ਼ਨ ਨੇ ਜਿਹੜੀਆਂ ਆਪਾਂ ਉਹਨਾਂ ਨੂੰ ਵੀ ਕਰੜੇ ਹੱਥੀਂ ਲਵਾਂਗੇ। ਸਹਾਇਕ ਸਮੱਗਰੀ ਰੁਕਾਵਟ ਨਹੀਂ, ਇਹ ਤਾਂ ਕੀ ਹੈ, ਮਤਲਬ ਉਸ ਨੂੰ ਸਿੱਖਣ ਵਿੱਚ ਸਹਾਇਤਾ ਕਰ ਰਹੀ ਹੈ। ਅੰਦਰੂਨੀ ਸ਼ਕਤੀ ਪਿਆਜੇ ਆਖਦਾ, ਪਿਆਜੇ ਕਿਹੜਾ ਸੀ ਉਹ, ਨੌਮ ਚਮੋਸਕੀ ਆਖਦਾ, ਕਹਿੰਦਾ ਵੀ ਉਹ ਤਾਂ ਅੰਦਰੂਨੀ ਸ਼ਕਤੀ ਦੇ ਬੇਸ 'ਤੇ ਹੀ ਭਾਸ਼ਾ ਸਿੱਖਦਾ ਬੱਚਾ। ਠੀਕ ਹੈ, ਉਹਦੇ ਅੰਦਰ LAD ਦੀ ਗੱਲ ਕਰਦਾ ਨੌਮ ਚਮੋਸਕੀ। ਤਾਂ ਇਸ ਤਰੀਕੇ ਨਾਲ ਇਹ ਸਭ ਆਪਸ਼ਨਾਂ ਵੀ ਆਪਾਂ ਡਿਸਕਸ ਕਰ ਲਈਆਂ ਨੇ। ਆਪਸ਼ਨ ਬੀ ਸਾਡਾ ਬੈਸਟ ਆਨਸਰ ਜਿਹੜਾ ਉਹ ਹੋਏਗਾ। ਵੱਡੀ ਰੁਕਾਵਟ ਹੈ ਪ੍ਰੇਰਨਾ ਦੀ ਕਮੀ, ਤਾਂ ਅਧਿਆਪਕ ਨੂੰ ਚਾਹੀਦਾ ਵੀ ਉਹ ਕੀ ਕਰੇ, ਪ੍ਰੇਰਨਾ ਪੈਦਾ ਕਰੇ ਵਿਦਿਆਰਥੀਆਂ ਦੇ ਵਿੱਚ। ਇਸ ਤੋਂ ਬਾਅਦ ਲਓ ਜੀ ਆ ਗਈ ਆਪਣੇ ਕੋਲ ਪੈਡਾਗੋਜੀ, ਇੰਗਲਿਸ਼ ਨਾਲ ਰਿਲੇਟਡ। ਮਲਟੀਲਿੰਗੁਇਜ਼ਮ ਇਨ ਅ ਕਲਾਸਰੂਮ ਨੀਡਸ ਟੂ ਬੀ ਅੰਡਰਸਟੂਡ ਐਜ਼ ਡੈਸ਼ ਬਾਈ ਦਾ ਟੀਚਰਸ। ਤਾਂ ਅਧਿਆਪਕ ਨੇ ਜਿਹੜੇ, ਠੀਕ ਹੈ, ਉਹ ਮਲਟੀਲਿੰਗੁਇਜ਼ਮ ਨੂੰ ਕੀ ਸਮਝਣ? ਉਹ ਹਿੰਡਰੈਂਸ ਜਾਂ ਫਿਰ ਉਹ ਪ੍ਰੋਬਲਮ, ਉਹ ਸਿਸਟਮੈਟਿਕ ਇਸ਼ੂ ਜਾਂ ਫਿਰ ਐਨ ਅਸੈਟ। ਤਾਂ ਇਹ ਸਭ ਚੀਜ਼ਾਂ ਤਾਂ ਨਹੀਂ ਉਹ ਸਮਝ ਸਕਦੇ, ਨਾ ਤਾਂ ਉਹ ਇਸ ਨੂੰ ਰੁਕਾਵਟ, ਸਮੱਸਿਆ ਕੁਛ ਵੀ ਨਹੀਂ ਸਮਝ ਸਕਦੇ, ਨਾ ਇੱਕ ਸਿਸਟਮੈਟੀਕਲ ਇਸ਼ੂ ਕਹਿ ਸਕਦੇ। ਤਾਂ ਟੀਚਰ ਨੂੰ ਕੀ ਕਰਨਾ ਪਊਗਾ ਕਿ ਉਹ ਮਲਟੀਲਿੰਗੁਇਜ਼ਮ ਨੂੰ ਕੀ ਕਰੂਗਾ, ਐਜ ਏ ਰਿਸੋਰਸ, ਐਜ ਏ ਅਸੈਟ ਯੂਜ਼ ਕਰੇਗਾ। ਠੀਕ ਹੈ ਜੀ, ਤਾਂ ਮਲਟੀਲਿੰਗੁਇਜ਼ਮ ਦਾ ਮੀਨਿੰਗ ਹੁੰਦਾ ਹੈ ਬਹੁ ਭਾਸ਼ਾਈਤਾ, ਮਤਲਬ ਕਿ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ, ਅਲੱਗ-ਅਲੱਗ ਬੋਲੀਆਂ ਵਾਲੇ ਬੱਚੇ ਤੁਹਾਡੀ ਜਮਾਤ ਦੇ ਵਿੱਚ ਆ ਗਏ। ਠੀਕ ਹੈ, ਤਾਂ ਤੁਸੀਂ ਉਸ ਚੀਜ਼ ਨੂੰ ਐਜ ਏ ਅਸੈਟ ਔਰ ਐਜ ਏ ਰਿਸੋਰਸ ਯੂਜ਼ ਕਰੋਗੇ। ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਪ੍ਰੈਡਿਕਸ਼ਨ ਇਨ ਟਰਮ ਆਫ ਰੀਡਿੰਗ ਰੈਫਰਸ, ਮਤਲਬ ਕਿ ਪ੍ਰੈਡਿਕਸ਼ਨ ਇੱਕ ਟਰਮ ਹੈ। ਠੀਕ ਹੈ, ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਤਾਂ ਪ੍ਰੈਡਿਕਸ਼ਨ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨਾਲ ਜ਼ਿਆਦਾ ਰੈਫਰ ਕਰੇਗੀ? ਯੂਜ਼ਿੰਗ ਪ੍ਰੀਅਰ ਨੌਲੇਜ ਆਫ ਦ ਸਬਜੈਕਟ ਐਂਡ ਦ ਆਈਡੀਆਜ਼ ਇਨ ਦ ਟੈਕਸਟ ਐਜ਼ ਕਲਿਊ ਟੂ ਮੀਨਿੰਗ ਆਫ ਅਨਨੋਨ ਵਰਡਸ, ਜਾਂ ਪ੍ਰਵਿਊਇੰਗ ਯੂਜ਼ਿੰਗ ਨੌਲੇਜ ਆਫ ਸਬਜੈਕਟ ਮੈਟਰਸ ਫਾਰ ਗੈਸਿੰਗ ਦਾ ਕੰਟੈਂਟ ਐਂਡ ਵੋਕੈਬਲਰੀ। ਠੀਕ ਹੈ, ਜਾਂ ਫਿਰ ਪੈਰਾਫਰਾਸਿੰਗ। ਤਾਂ ਇਹਨਾਂ ਦੇ ਵਿੱਚੋਂ ਬੈਸਟ ਆਪਸ਼ਨ ਚੁਣਨੀ ਹੁੰਦੀ ਹੈ ਆਪਾਂ ਨੇ। ਗੱਲ ਉਹੀ ਆ ਗਈ ਵੀ ਸਭ ਤੋਂ ਬੈਸਟ ਆਪਸ਼ਨ ਆਪਾਂ ਸਿਲੈਕਟ ਕਰਨੀ ਹੁੰਦੀ ਹੈ। ਠੀਕ ਹੈ, ਬਾਕੀ ਚਾਹੇ ਆਪਸ਼ਨ ਆਪਾਂ ਨੂੰ ਵਧੀਆ ਲੱਗਣ। ਹੁਣ ਤੁਸੀਂ ਕਹੋਗੇ ਯੂਜ਼ਿੰਗ ਪ੍ਰੀ ਨੌਲੇਜ ਦਾ ਫਸਟ ਆਪਸ਼ਨ ਦੇ ਵਿੱਚ ਵੀ ਗੱਲ ਇਹ ਕੀਤੀ ਗਈ ਸੀ, ਪਰ ਉਹਨੂੰ ਆਪਾਂ ਇੰਨਾ ਬੈਸਟ ਨਹੀਂ ਨਾ ਮੰਨਾਂਗੇ। ਠੀਕ ਹੈ ਜੀ, ਤਾਂ ਉਸ ਦੇ ਨਾਲੋਂ ਬੈਸਟ ਆਪਸ਼ਨ ਆਪਣੇ ਕੋਲ ਸੀ ਪਈ ਹੈ ਜੀ, ਯੂਜ਼ਿੰਗ ਨੌਲੇਜ ਆਫ ਸਬਜੈਕਟ ਮੈਟਰਸ ਫਾਰ ਗੈਸਿੰਗ ਦਾ ਕੰਟੈਂਟ, ਕੰਟੈਂਟ ਨੂੰ ਗੈਸ ਕਰਨਾ। ਠੀਕ ਹੈ, ਗੈਸ ਕਰਨਾ। ਯੂਜ਼ਿੰਗ ਨੌਲੇਜ ਮਤਲਬ ਹੋ ਸਕਦਾ ਉਸ ਕੋਲ ਜੇ ਉਹ ਚੀਜ਼ ਬਾਰੇ ਪਹਿਲਾਂ ਨੌਲੇਜ ਹੈਗੀ ਸੀ ਤਾਂ ਉਸ ਚੀਜ਼ ਨੂੰ ਯੂਜ਼ ਕਰਦੇ ਹੋਏ ਉਹ ਗੈਸ ਕਰੇਗਾ। ਐਂਡ ਵੋਕੈਬਲਰੀ, ਠੀਕ ਹੈ, ਤਾਂ ਵੋਕੈਬਲਰੀ ਨੂੰ, ਕੰਟੈਂਟ ਨੂੰ ਉਹ ਗੈਸ ਕਰੇਗਾ। ਤਾਂ ਇਹ ਆਪਸ਼ਨ ਬੈਸਟ ਰਹੇਗੀ, ਆਪਸ਼ਨ ਸੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 24। ਠੀਕ ਹੈ ਜੀ, ਤਾਂ ਇਸ ਨੂੰ ਅਸੀਂ ਦੱਸਣਾ ਡਿਮਥੋਂਗਸ ਆਰ ਨੋਨ ਐਜ਼, ਤਾਂ ਇਹਨਾਂ ਨੂੰ ਅਸੀਂ ਕੀ ਕਹਾਂਗੇ, ਗਲਾਈਡ ਵੋਵਲਸ ਕਹਾਂਗੇ, ਵੋਵਲਸ ਵਿਦ ਵੀਕ ਸਾਊਂਡਸ ਕਹਾਂਗੇ, ਸੈਮੀ ਵੋਵਲਸ ਕਹਾਂਗੇ, ਫਿਊਰ ਵੋਵਲਸ ਕਹਾਂਗੇ। ਤਾਂ ਇਸ ਤਰੀਕੇ ਨਾਲ ਇਹ ਸਭ ਆਪਸ਼ਨ ਜਿਹੜੀਆਂ ਆਪਣੀਆਂ ਹੋ ਜਾਣਗੀਆਂ ਜੀ ਡਿਲੀਟ। ਇਹਨਾਂ ਨੂੰ ਪਿਓਰ ਵੋਵਲਸ ਵੀ ਆਪਾਂ ਕੁਛ ਵੀ ਨਹੀਂ ਕਹਿੰਦੇ, ਤਾਂ ਆਪਾਂ ਇਹਨਾਂ ਨੂੰ ਗਲਾਈਡ ਵੋਵਲਸ ਕਹਾਂਗੇ। ਆਪਸ਼ਨ ਇਹ ਸਾਡਾ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਸ ਤੋਂ ਬਿਨਾਂ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 25। ਐਨ ਇੰਗਲਿਸ਼ ਲੈਂਗੁਏਜ ਟੀਚਰ ਗੇਵ ਹਰ ਸਟੂਡੈਂਟਸ ਗਰੁੱਪ
वर्क टू एक्सप्लोर एन एरिया, मतलब एक एरिया, ठीक है, उसनूं एक्सप्लोर करन ਲਈ ਕਿਹਾ ਵੀ ਤੁਸੀਂ ਆਲੇ ਦੁਆਲੇ ਮਤਲਬ ਸਭ ਚੀਜ਼ਾਂ ਦਾ ਨਿਰੀਖਣ ਕਰੋ, ਉਹਨਾਂ ਨੂੰ ਵਧੀਆ ਤਰੀਕੇ ਨਾਲ ਜਾਂਚੋ। ਆਸਕ ਦੈਮ, ਉਹਨਾਂ ਨੂੰ ਕਿਹਾ ਟੂ ਫਾਈਂਡ ਇੰਪੋਰਟੈਂਟ ਨੋਟਸ ਐਂਡ ਨੇਮ ਆਫ ਪਲੇਸਿਸ, ਮਤਲਬ ਕਿ ਉੱਥੇ ਥਾਵਾਂ ਦੇ ਨਾਂ, ਸਟਰੀਟਸ ਦੇ ਨੇਮ, ਤਾਂ ਇਹ ਚੀਜ਼ਾਂ ਉਹਨਾਂ ਨੂੰ ਨੋਟਿਸ ਕਰਨ ਲਈ ਕਿਹਾ, ਠੀਕ ਹੈ। ਤੇ ਇਸ ਤੋਂ ਬਿਨਾਂ ਟੂ ਡਾਕੂਮੈਂਟ ਦੈਮ ਟੂ ਰਾਈਟ ਅ ਰਿਪੋਰਟ, ਠੀਕ ਹੈ, ਉਹਨਾਂ ਦਾ ਡਾਕੂਮੈਂਟ ਬਣਾਉਣ ਲਈ ਕਿਹਾ, ਉਹਨਾਂ 'ਤੇ ਰਿਪੋਰਟ ਲਿਖਣ ਲਈ ਕਿਹਾ। ਤਾਂ ਉੱਥੋਂ ਲਿਖਣ ਲਈ ਵੀ ਕਹਿ ਰਹੀ ਹੈ, ਐਕਸਪਲੋਰ ਕਰਨ ਲਈ ਵੀ ਟੀਚਰ ਕਹਿ ਰਹੀ ਹੈ। ਤਾਂ ਇਹ ਸਭ ਚੀਜ਼ਾਂ ਨੇਮਸ ਲਿਖਣ ਲਈ ਕਹਿ ਰਹੀ ਹੈ। ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਉਹ ਕਿਸ ਦੇ ਵਿੱਚ ਕਵਰ ਹੋਣਗੀਆਂ, ਦਿਸ ਐਕਟੀਵਿਟੀਜ਼ ਨੋਨ ਐਜ਼, ਇਹਨੂੰ ਅਸੀਂ ਪ੍ਰੋਜੈਕਟ ਵਰਕ ਕਹਾਂਗੇ ਜਾਂ ਫਿਰ ਪੀਅਰ ਵਰਕ ਕਹਾਂਗੇ, ਅਸਾਈਨਮੈਂਟ ਕਹਾਂਗੇ ਜਾਂ ਫਿਰ ਐਕਟੀਵਿਟੀ ਬੇਸਡ ਲਰਨਿੰਗ ਕਹਾਂਗੇ। ਸਭ ਤੋਂ ਬੈਸਟ ਆਪਸ਼ਨ ਅਸੀਂ ਨੇ ਚੁਣਨੀ ਹੁੰਦੀ ਹੈ ਜੋ ਕਿ ਆਪਸ਼ਨ ਡੀ ਹੋਏਗੀ ਜੀ, ਐਕਟੀਵਿਟੀ ਬੇਸਡ ਲਰਨਿੰਗ ਹੈ ਇਹ, ਠੀਕ ਹੈ। ਕਿਉਂਕਿ ਇਸ ਦੇ ਵਿੱਚ ਜਿਵੇਂ ਹੁਣ ਪ੍ਰੋਜੈਕਟ ਵਰਕ ਇੱਕ ਵਧੀਆ ਆਪਸ਼ਨ ਹੋ ਸਕਦੀ ਸੀ, ਪੀਆਰ ਵਰਕ ਵਧੀਆ ਆਪਸ਼ਨ ਹੋ ਸਕਦੀ ਸੀ, ਪਰ ਇਹ ਕਿਤੇ ਨਾ ਕਿਤੇ ਤੁਸੀਂ ਸੋਚੋ ਵੀ ਐਕਟੀਵਿਟੀ ਬੇਸਡ ਲਰਨਿੰਗ ਦੇ ਵਿੱਚ ਸਭ ਚੀਜ਼ਾਂ ਹੀ ਕਵਰ ਹੋ ਰਹੀਆਂ ਨੇ, ਠੀਕ ਹੈ। ਤਾਂ ਉਹ ਐਕਟੀਵਿਟੀਜ਼ ਕਰ ਰਹੇ ਨੇ, ਮੀਨਸ ਪ੍ਰੋਜੈਕਟ ਵਰਕ, ਪੀਅਰ ਗਰੁੱਪ ਦੇ ਵਿੱਚ ਵਰਕ ਕਰ ਰਹੇ ਨੇ, ਇਹ ਸਭ ਚੀਜ਼ਾਂ ਹੀ ਤਾਂ ਸ਼ਾਮਲ ਹੋ ਰਹੀਆਂ ਨੇ। ਈਵਨ ਦੈਨ ਅਸਾਈਨਮੈਂਟ ਵੀ ਸ਼ਾਮਲ ਹੋ ਰਹੀ ਹੈ। ਜਦੋਂ ਉਹ ਕਹਿ ਰਹੀ ਹੈ ਵੀ ਲਿਖੋ, ਉਸ ਨੂੰ ਨੋਟ ਕਰੋ, ਰਿਪੋਰਟ ਤਿਆਰ ਕਰੋ, ਤਾਂ ਅਸਾਈਨਮੈਂਟ ਵੀ ਤਿਆਰ ਹੋਗੀ। ਤਾਂ ਇਸ ਤਰੀਕੇ ਨਾਲ ਸਭ ਚੀਜ਼ਾਂ ਨੇ ਜਿਹੜੀਆਂ, ਸਭ ਤੋਂ ਬੈਸਟ ਆਪਸ਼ਨ ਜਿਹੜੀ ਆਪਣੇ ਕੋਲ ਇਹ ਹੈ ਕਿ ਉਹ ਐਕਟੀਵਿਟੀ ਬੇਸਡ ਲਰਨਿੰਗ ਕਰਾ ਰਹੀ ਹੈ, ਠੀਕ ਹੈ ਜੀ। ਇਸ ਤਰੀਕੇ ਨਾਲ ਆਪਣਾ ਇਹ ਹੋ ਗਿਆ ਜੀ ਡਿਸਕਸ। ਨੈਕਸਟ ਹੈ ਜੀ ਪ੍ਰਸ਼ਨ ਨੰਬਰ 26, ਮਕੈਨਿਕਸ ਆਫ ਲੈਂਗੁਏਜ ਇਨ ਸਪੀਕਿੰਗ ਸਕਿੱਲ ਇਨਕਲੂਡਸ, ਤਾਂ ਕਿਹੜੀ ਚੀਜ਼ ਜਿਹੜੀ ਉਹ ਇਨਕਲੂਡ ਹੈ ਜੀ ਸਪੀਕਿੰਗ ਸਕਿੱਲ ਦੇ ਵਿੱਚ, ਠੀਕ ਹੈ ਜੀ। ਮਕੈਨਿਕਸ ਆਫ ਲੈਂਗੁਏਜ, ਤਾਂ ਇਸ ਦੇ ਵਿੱਚ ਆਪਾਂ ਜਿਹੜਾ ਜ਼ਿਆਦਾ ਬੈਸਟ ਆਪਸ਼ਨ ਹੈ ਉਹ ਸਿਲੈਕਟ ਕਰਨੇ ਜੀ, ਕਲੈਰਿਟੀ ਆਫ ਮੈਸੇਜ, ਸੋਸ਼ਲ ਐਂਡ ਕਲਚਰਲ ਰੂਲਸ ਆਫ ਯੂਜ਼ਿੰਗ ਲੈਂਗੁਏਜ, ਸਕ੍ਰਿਪਟ ਵਰਡਸ ਐਂਡ ਸੈਂਟੈਂਸਸ, ਇਸ ਤੋਂ ਬਿਨਾਂ ਪ੍ਰੋਨੰਸੀਏਸ਼ਨ, ਗ੍ਰਾਮਰ ਐਂਡ ਵੋਕੈਬਲਰੀ। ਤਾਂ ਦੇਖੋ ਜੀ ਆਪਸ਼ਨਾਂ ਬਹੁਤੀਆਂ ਨੇ ਜਿਹੜੀਆਂ ਆਪਾਂ ਨੂੰ ਸਹੀ ਲੱਗ ਸਕਦੀਆਂ ਨੇ, ਪਰ ਆਪਾਂ ਇਹਨੂੰ ਮਤਲਬ ਰਿਮੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਤੀਸਰੇ ਆਪਸ਼ਨ ਦੇ ਵਿੱਚ ਇਹ ਗੱਲ ਕਰ ਰਹੇ ਨੇ ਵਰਡਸ ਐਂਡ ਸੈਂਟੈਂਸਸ ਸਕ੍ਰਿਪਟ ਦੀ, ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਗ੍ਰਾਮਰ ਦੇ ਵਿੱਚ ਨਹੀਂ ਕਵਰ ਹੋ ਰਹੀਆਂ, ਠੀਕ ਹੈ ਜੀ, ਹੋ ਸਕਦੀਆਂ ਨੇ, ਨੋ ਪ੍ਰੋਬਲਮ। ਕਲੈਰਿਟੀ ਆਫ ਮੈਸੇਜ, ਇਹ ਚੀਜ਼ ਪ੍ਰੋਨੰਸੀਏਸ਼ਨ ਦੇ ਵਿੱਚ ਵੀ ਕਵਰ ਹੋ ਸਕਦੀ ਹੈ। ਬਾਕੀ ਗੱਲ ਉੱਪਰ ਸਪੀਕਿੰਗ ਸਕਿੱਲ ਨੂੰ ਦੇ ਵਿੱਚ ਇਨਕਲੂਡ ਕਰਨ ਦੀ ਕਰ ਰਹੇ ਨੇ, ਠੀਕ ਹੈ। ਤਾਂ ਵੋਕੈਬਲਰੀ ਇਸ ਦੇ ਵਿੱਚ ਆ ਸਕਦੀ ਹੈ, ਠੀਕ ਹੈ। ਤਾਂ ਉਹ ਸੋਸ਼ਲ ਐਂਡ ਕਲਚਰਲ ਰੂਲਸ ਆਫ ਯੂਜ਼ਿੰਗ ਲੈਂਗੁਏਜ, ਇਹ ਚੀਜ਼ ਵੋਕੈਬਲਰੀ ਦੇ ਵਿੱਚ ਆਪਾਂ ਕਵਰ ਕਰ ਲਾਂਗੇ। ਤਾਂ ਸਭ ਤੋਂ ਬੈਸਟ ਆਪਸ਼ਨ ਜਿਹੜੀ ਆਪਣੇ ਕੋਲ ਡੀ ਬਣੇਗੀ ਜੀ, ਪ੍ਰੋਨੰਸੀਏਸ਼ਨ, ਗ੍ਰਾਮਰ ਐਂਡ ਵੋਕੈਬਲਰੀ। ਤਾਂ ਇਹ ਡੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 27, ਵਾਟ ਡਜ਼ ਫਰੀ ਰਾਈਟਿੰਗ ਅਪਰੋਚ ਟੂ ਰਾਈਟ ਪ੍ਰਮੋਟ, ਰਾਈਟਿੰਗ ਨੂੰ ਪ੍ਰਮੋਟ ਕਰਨ ਦੇ ਲਈ ਫਰੀ ਰਾਈਟਿੰਗ ਅਪਰੋਚ ਹੈ ਜਿਹੜੀ ਉਹ ਕਿਹੜੀ ਚੀਜ਼ ਨੂੰ ਬੈਸਟ ਦੇ ਅਕੋਰਡਿੰਗ ਬੈਸਟ ਬੈਠਦੀ ਹੈ। ਗ੍ਰਾਮੈਟਿਕਲੀ ਐਕੂਰੇਸੀ, ਅੰਡਰਸਟੈਂਡਿੰਗ ਆਫ ਦਾ ਕੰਟੈਂਟ ਐਂਡ ਫਲੂਐਂਸੀ, ਜਾਂ ਫਿਰ ਸਿੰਟੈਕਸ ਐਂਡ ਲੈਂਗੁਏਜ ਯੂਜ਼, ਜਾਂ ਫਿਰ ਅੰਡਰਸਟੈਂਡਿੰਗ ਆਫ ਫਾਰਮ ਐਂਡ ਐਕੂਰੇਸੀ। ਤਾਂ ਇਸ ਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਆਪਾਂ ਫਲੂਐਂਸੀ ਵਾਲੀ ਚੁਣਾਂਗੇ, ਠੀਕ ਹੈ ਜੀ। ਤਾਂ ਫਲੂਐਂਸੀ ਐਂਡ ਕੰਟੈਂਟ ਦੀ ਅੰਡਰਸਟੈਂਡਿੰਗ ਹੈ ਜਿਹੜੀ ਉਹ ਫਰੀ ਰਾਈਟਿੰਗ ਅਪਰੋਚ ਦੇ ਸਭ ਤੋਂ ਨੇੜੇ ਆਪਾਂ ਕਹਿ ਸਕਦੇ ਹਾਂ, ਅੰਡਰਸਟੈਂਡਿੰਗ ਆਫ ਕੰਟੈਂਟ ਐਂਡ ਫਲੂਐਂਸੀ। ਆਪਸ਼ਨ ਬੀ ਸਾਡਾ ਬੈਸਟ ਆਪਸ਼ਨ ਹੋਏਗਾ ਜੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 28, ਅ ਟੀਚਰ ਆਸਕਡ ਹਰ ਲਰਨਰਸ ਟੂ ਵਾਚ ਅ ਮੂਵੀ 2 days ago and now she asks them to have a discussion on what would they do if they were hero or heroine of the movie. What is this assessment task known as? ਤਾਂ ਇੱਕ ਅਧਿਆਪਕ ਨੇ ਆਪਣੇ, ਠੀਕ ਹੈ ਜੀ, ਮਤਲਬ ਕਿ ਇੱਕ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਨੂੰ, ਲਰਨਰਸ ਨੂੰ ਕਿਹਾ ਵੀ ਤੁਸੀਂ ਮੂਵੀ ਦੇਖੋ, ਠੀਕ ਹੈ। ਅਤੇ ਉਸ ਤੋਂ ਬਾਅਦ ਉਹਦੇ ਜੋ ਪੁੱਛਿਆ ਗਿਆ ਵੀ ਜਿਹੜੀ ਤੁਸੀਂ ਮੂਵੀ ਦੇਖੀ ਸੀ ਉਹਦੇ ਬਾਰੇ ਡਿਸਕਸ਼ਨ ਕਰ ਰਹੀ ਹੈ। ਤਾਂ ਕੀ ਕਹਿ ਰਹੀ ਹੈ, ਕਹਿੰਦੀ ਵੀ ਜੇਕਰ ਤੁਸੀਂ ਹੀਰੋ ਜਾਂ ਹੀਰੋਇਨ ਦੀ ਥਾਂ 'ਤੇ ਹੁੰਦੇ ਤਾਂ ਤੁਸੀਂ ਕੀ ਕਰਦੇ, ਠੀਕ ਹੈ। ਤਾਂ ਇਹ ਇਸ ਤਰ੍ਹਾਂ ਦੀ ਅਸੈਸਮੈਂਟ ਨੂੰ ਅਸੀਂ ਕੀ ਆਖਾਂਗੇ, ਇਹ ਅਸੈਸਮੈਂਟ ਟਾਸਕ ਜਿਹੜਾ ਇਸ ਨੂੰ ਅਸੀਂ ਕੀ ਆਖਾਂਗੇ। ਤਾਂ ਕ੍ਰਿਟੀਕਲੀ ਪੈਡਾਗੋਜੀ, ਜਾਂ ਫਿਰ ਸਪੀਕਿੰਗ ਟਾਸਕ, ਥਿੰਕਿੰਗ ਟਾਸਕ, ਜਾਂ ਫਿਰ ਐਕਸਟਰਾਪੋਲੇਟਿਵ ਟਾਸਕ। ਬੈਸਟ ਆਪਸ਼ਨ ਆਪਣੇ ਕੋਲ ਡੀ ਰਹੇਗੀ। ਤਾਂ ਇਸ ਦੇ ਵਿੱਚ ਸਭ ਚੀਜ਼ਾਂ ਹੀ ਤਾਂ ਕਵਰ ਹੋ ਰਹੀਆਂ ਨੇ, ਠੀਕ ਹੈ ਜੀ। ਤਾਂ ਐਕਸਟਰਾਪੋਲੇਟਿਵ ਟਾਸਕ ਆਪਾਂ ਆਖਾਂਗੇ। ਆਪਸ਼ਨ ਡੀ ਆਪਾਂ ਨੇ ਸਿਲੈਕਟ ਕਰਨੀ ਹੈ। ਨੈਕਸਟ ਹੈ ਜੀ ਪ੍ਰਸ਼ਨ ਨੰਬਰ 29, ਵਾਟ ਡਜ਼ ਫਲੂਐਂਸੀ ਇਨ ਰੀਡਿੰਗ ਮੀਨ, ਠੀਕ ਹੈ। ਤਾਂ ਰੀਡਿੰਗ ਦੇ ਵਿੱਚ ਫਲੂਐਂਸੀ ਦਾ ਕੀ ਮੀਨਿੰਗ ਹੈ? ਐਬਿਲਿਟੀ ਟੂ ਰੀਡ ਏ ਟੈਕਸਟ ਵਿਦਾਊਟ ਐਨੀ ਮਿਸਟੇਕ ਐਟ ਆਲ,
एबिलिटी टू इंटरप्रेट द टेक्स्ट, एबिलिटी टू रीड विदाउट एनी ग्रामेटिकल एरर्स एंड एबिलिटी टू रीड अ टेक्स्ट एट ईजी विद एक्सप्रैशन। तो सब तो बेस्ट ऑप्शन अपने को डी होएगी, ठीक है जी। तो वह की कर रहा है, ईजीली कह सकते हैं आप एक्सप्रैशनस के थ्रू रीड कर रहा है उसनों, तो इस चीज़ को आप फ्लुएंसी आखांगे। सिर्फ ग्रामेटिकली ये चीज़ों ही सही कर लेना, ठीक है, ग्रामेटिकली एरर्स ने जिहड़ियां इन्हों ही सही कर लेना भी कोई वाला बेस्ट ऑप्शन अपने को नहीं रहिंदा हुंदा, ठीक है। तो बेस्ट ऑप्शन अपने को ऑप्शन डी होएगा। इस तो बाद है जी प्रश्न नंबर 30, सिलैक्ट समॉलेस्ट यूनिट। यह जिहड़ा आंसर सी तुहानूं कहा सी कल कि प्लीज़ कमेंट बॉक्स के दस्सिओ, तो बहुते दोस्तों ने दस्सिया भी है, पर जिहड़ियां ने नहीं दस्सिया उन्हां दा असीं की सोचीए। चलो कोई गल नहीं, अज जरूर दस्सिओ, ठीक है। अज भी एक तुहाडे लई क्वेश्चन है, तो ऑप्शन ए इसका राइट आंसर हो जाना सी जी। समॉलेस्ट यूनिट इन्होंने पूछा सी, तो आपां फोनीमी नूं मन्नांगे, तो यह साडा राइट आंसर ऑप्शन ए होना सी। बट जेकर पुछ लैंदे कि समॉलेस्ट मीनिंगफुल यूनिट, तो उत्थे वर्ड अपना राइट आंसर है जिहड़ा हो जाता। बट इत्थे इन्होंने सिंपली समॉलेस्ट यूनिट नूं सिलैक्ट करने की गल की गई है। ऑप्शन ए इसका राइट आंसर जिहड़ा वो तुसीं ने दसना सी। इस तो बिना आपां डिस्कस करते हैं, तुहाडे लई एक प्रश्न है जिहड़ा छड्ड के जाने आ, ठीक है। तो इसका जिहड़ा आंसर है वो तुसीं कमेंट बॉक्स दे विच दसोगे। सिक्ख्या की अध्यापन सिੱਖਣ प्रक्रिया ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ। ਜਮਾਤ ਵਿੱਚ ਵਿਚਾਰਾਂ ਦੇ ਆਦਾਨ ਪ੍ਰਦਾਨ ਕਰਨ ਦੀਆਂ ਗਤੀਵਿਧੀਆਂ ਪਰਸਪਰ ਰੂਪ ਵਿੱਚ ਪ੍ਰਭਾਵਸ਼ਾਲੀ ਹੁੰਦੀਆਂ ਹਨ। ਨੰਬਰ 2, ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ। ਅਧਿਆਪਕ ਦੀ ਭੂਮਿਕਾ ਤਾਨਾਸ਼ਾਹੀ ਹੁੰਦੀ ਹੈ, ਜਾਂ ਫਿਰ ਜਮਾਤ ਵਿੱਚ ਵਿਚਾਰ ਵਟਾਂਦਰਾ ਜਾਂਚ ਆਧਾਰਿਤ ਸਿੱਖਣ ਦਾ ਵਿਕਾਸ ਕਰਦੀ ਹੈ। ਤਾਂ ਇਹ ਸਭ 4 ਆਪਸ਼ਨਾਂ ਨੇ ਜਿਹੜੀਆਂ इन्हां दे विचों बेस्ट ऑप्शन है वो तुसीं सिलैक्ट करके प्लीज़ कमेंट बॉक्स में दस्सण की कोशिश करियो। अदरवाइज आपां नैक्सट वीडियो दे विच इह क्वेश्चन नूं डिस्कस कर ही लैणा है। यह क्लास इत्थों तक देखने लई तुहाडा सारिआं दा बहुत बहुत धन्नवाद।